ਕਾਂਸ਼ੀ ਟੀਵੀ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਬਿਸ਼ਨ ਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ। ਔਰ ਪ੍ਰੋਗਰਾਮ ਕਰਨ ਤੋਂ ਪਹਿਲਾਂ ਮੈਂ ਸਾਰੇ ਹੀ ਦਰਸ਼ਕਾਂ ਤੋਂ ਖਿਮਾ ਦਾ ਜਾਚਕ ਹਾਂ, ਅਪੋਲੋਜੀ ਕਰਦਾ ਹਾਂ, ਕਿਉਂਕਿ ਡਿਊ ਟੂ ਲੋਕਡਾਊਨ ਕਰੋਨਾ ਵਾਇਰਸ ਕਰਕੇ ਅਸੀਂ ਪਿਛਲੇ 4-5 ਹਫ਼ਤੇ ਤੋਂ ਪ੍ਰੋਗਰਾਮ ਨਹੀਂ ਦੇ ਸਕੇ। ਔਰ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਮੇਰੇ ਸਾਥੀ ਦਵਿੰਦਰ ਚੰਦਰ ਜੀ, ਸਮਾਜ ਵੀਕਲੀ ਦੇ ਚੀਫ ਐਡੀਟਰ, ਉਹ ਹਾਜ਼ਰ ਹਨ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ। ਔਰ ਉਹਨਾਂ ਦੇ ਨਾਲ ਮੇਰੇ ਪਿਆਰੇ ਮਿੱਤਰ ਦੌਲਤਾ ਬਾਲੀ ਜੀ ਅੱਜ ਸਪੈਸ਼ਲ ਗੈਸਟ ਦੇ ਤੌਰ 'ਤੇ ਸਾਡੇ ਨਾਲ ਆਏ ਹਨ। ਔਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਪਿਆਰੇ ਦਰਸ਼ਕੋ, ਅੱਜ ਅਸੀਂ ਪ੍ਰੋਗਰਾਮ ਤਾਂ ਤਕਰੀਬਨ ਜਿਹੜਾ ਇੰਡੀਆ ਦੇ ਵਿੱਚ ਰੌਲਾ ਪਿਆ ਆ ਉਹਦੇ ਬਾਰੇ ਹੀ ਕਰਾਂਗੇ, ਕਿਸਾਨਾਂ ਦਾ ਜੋ ਅੰਦੋਲਨ ਚੱਲ ਰਿਹਾ ਹੈਗਾ। ਔਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ 2 ਮਿੰਟ ਲੈਣੇ ਅਸੀਂ ਜ਼ਰੂਰੀ ਆ। ਉਹ ਇਹ ਕਿ ਕਿਉਂਕਿ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ ਕਿ ਸਾਡੇ ਵਿੱਚ ਲਿਖਾਰੀ ਨਹੀਂ, ਸਾਡੇ ਵਿੱਚ ਬੁਲਾਰੇ ਨਹੀਂ, ਸਾਡੇ ਵਿੱਚ ਲੀਡਰ ਨਹੀਂ, ਔਰ ਸਾਡਾ ਇਤਿਹਾਸ ਨਹੀਂ ਹੈ ਕੋਈ ਮਿਲਦਾ। ਔਰ ਜਿਹੜਾ ਵੀ ਅੱਜ ਕੱਲ੍ਹ ਕੁਛ ਵੀ ਲਿਖਦਾ ਹੈ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਉਹ ਇਤਿਹਾਸ ਦੇ ਵਿੱਚ ਜਾਂਦਾ ਹੈ, ਲਾਇਬ੍ਰੇਰੀਆਂ 'ਚ ਜਾਂਦਾ ਹੈ, ਉੱਥੋਂ ਸਾਨੂੰ ਕੁਛ ਸਿੱਖਣ ਨੂੰ ਮਿਲਦਾ ਹੈ। ਇਹੋ ਜਿਹਾ ਇੱਕ ਪੈਗਾਮ ਲੈ ਕੇ ਸਾਡੇ ਨਾਲ ਸਾਡੇ ਸਾਥੀ ਦੌਲਤਾ ਬਾਲੀ ਜੀ ਇੱਕ ਬੁੱਕ ਉਹਨਾਂ ਨੇ ਲਿਖੀ ਹੈ ਔਰ ਆਪਣੇ ਸਮਾਜ ਸੁਧਾਰ ਲਈ, ਔਰ ਜਿਹਦਾ ਹੈਗਾ ਕਿ ਹੈਡਿੰਗ ਹੈਗਾ ਸਾਡੇ ਵਿਹੜੇ ਦਾ ਧਰਮ ਸੰਕਟ। ਧਰਮ ਸੰਕਟ ਪਿਆਰੇ ਦਰਸ਼ਕੋ, ਇਹ ਇਹਨਾਂ ਨੇ ਮੈਨੂੰ ਇਹ ਰਿਕੁਐਸਟ ਕੀਤੀ ਕਿ ਤੁਸੀਂ ਇਹ ਜਿਹੜੀ ਬੁੱਕ ਆ ਮੇਰੀ ਕਾਂਸ਼ੀ ਟੀਵੀ ਤੋਂ ਲਾਂਚ ਕਰ ਦਿਓ। ਲਓ ਜੀ ਬਾਲੀ ਜੀ, ਤੁਹਾਡੀ ਬੁੱਕ ਜਿਹੜੀ ਹੈ ਉਹ ਇਸ ਲਈ ਕਾਂਸ਼ੀ ਟੀਵੀ 'ਤੇ ਲਾਂਚ ਹੈਗੀ ਆ। ਪਿਆਰੇ ਦਰਸ਼ਕੋ, ਤੁਸੀਂ ਲੈਣੀ ਹੋਵੇ ਜਿਸ ਨੇ ਵੀ, ਤਾਂ ਇਹਦੇ ਉੱਤੇ ਟੈਲੀਫੋਨ ਵੀ ਹੈਗਾ, ਕਿਉਂ ਜੀ, ਹੈਗਾ ਹੈ ਜੀ। ਔਰ ਕਾਂਸ਼ੀ ਟੀਵੀ 'ਤੇ ਵੀ ਟੈਲੀਫੋਨ ਕਰਕੇ ਤੁਸੀਂ ਬੁੱਕ ਕਰਾ ਸਕਦੇ ਆ। ਤੁਹਾਨੂੰ ਇਹ ਬੁੱਕ ਜਿਹੜੀ ਹੈ ਤੁਹਾਨੂੰ ਭੇਜ ਦਿੱਤੀ ਜਾਊਗੀ। ਬਾਲੀ ਜੀ, ਤੁਸੀਂ ਕੁਛ ਕਹਿਣਾ ਇਹਦੇ ਬਾਰੇ? हाँ जी, ये बुक पहले तो मैं माफ़ी मांगता दर्शकों को, मेरी आवाज़ सही नहीं, कोई गल मैं चंद शब्द ही कहांगा क्योंकि मैं बीमार हाँ और बाकी मेरे साथी सारी गल कर देंगे। एक किताब में इस हिसाब के नाल लिखिया कि समाज के जो कुछ गलत फहमियां पाई जांदियां जां जो बुराइयां हैगियां उन्हें सुधारन वास्ते कोशिश की हैगी। बाकी मैं ज़्यादा नहीं बोल सकता, मैं तकलीफ जी है। कोई नहीं, थैंक यू। देखो, मैं किताब ਨੂੰ ਪੜ੍ਹੀ ਹੈ, ਬੜੀ ਮਿਹਨਤ ਕਰਕੇ ਲਿਖੀ ਆ। ਵੈਸੇ ਤਾਂ 50 ਪੇਜ ਦੀ ਹੈਗੀ, ਬੜੀ ਲੰਬੀ ਚੌੜੀ ਨਹੀਂ, ਪਰ ਇਹਦੇ ਵਿੱਚ ਜਿੱਦਾਂ ਉਹ ਗਾਗਰ 'ਚ ਸਾਗਰ ਪਾਉਣ ਵਾਲੀ ਗੱਲ ਹੁੰਦੀ ਆ, ਉਸ ਤਰੀਕੇ ਨਾਲ ਬੜੀ ਮਿਹਨਤ ਕਰਕੇ ਕਿਤਾਬ ਲਿਖੀ ਹੈਗੀ ਆ। ਔਰ ਜਿਹੜੇ ਆਪਾਂ ਨੂੰ ਪੇਸ਼ ਆ ਰਹੇ ਸਮਾਜਿਕ ਮਸਲੇ ਹੈਗੇ ਆ ਉਹਨਾਂ ਬਾਰੇ ਹੈਗਾ, ਖਾਸ ਕਰਕੇ ਜਿਹੜਾ ਬਹੁਜਨ ਸਮਾਜ ਹੈਗਾ ਉਹਦੇ ਨਾਲ ਜਿਹੜੇ ਸੰਬੰਧਿਤ ਵਿਸ਼ੇ ਹੈਗੇ ਆ ਉਹਦੇ ਬਾਰੇ ਹੈਗਾ ਆ। ਔਰ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ, ਔਰ ਜਿਹੜਾ ਇਹਨੂੰ ਹਾਸਲ ਕਰਨਾ ਹੋਵੇ, ਜੇ ਲੈਣੀ ਹੋਵੇ ਤੇ ਕਿੱਥੋਂ ਕਹਿੰਦੇ ਸੀ ਤੁਸੀਂ ਜਿਹੜੀ ਸੋਹੋ ਨਿਊਜ਼ ਹੈਗੀ ਸੋਹੋ ਰੋਡ ਦੇ ਉੱਤੇ, ਉੱਥੋਂ ਪ੍ਰਾਪਤ ਕਰ ਸਕਦੇ। ਔਰ ਜਾਂ ਫਿਰ ਤੁਸੀਂ ਜਿਹੜਾ ਜੱਸਲ ਸਟੂਡੀਓ ਡਲਡੀ ਰੋਡ ਦੇ ਉੱਤੇ ਹੈ ਵੁਲਵਰਹੈਂਪਟਨ ਦੇ ਵਿੱਚ, ਉੱਥੋਂ ਵੀ ਲੈ ਸਕਦੇ ਹੋ। ਜਾਂ ਫਿਰ ਤੁਸੀਂ ਸਮਾਜ ਵੀਕਲੀ ਨਾਲ ਸੰਪਰਕ ਕਰੋ ਤਾਂ ਫਿਰ ਉੱਥੋਂ ਮੈਂ ਦੱਸ ਸਕਦਾ ਕਿ ਕਿੱਥੋਂ ਮਿਲ ਸਕਦੀ ਜਾਂ ਕਿਸ ਤਰੀਕੇ ਨਾਲ ਹਾਸਲ ਕੀਤੀ ਜਾ ਸਕਦੀ। ਤੁਸੀਂ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ, ਥੈਂਕ ਯੂ। ਹਾਂਜੀ ਪਿਆਰੇ ਦਰਸ਼ਕੋ, ਅੱਜ ਅਸੀਂ ਤੁਸੀਂ ਪਹਿਲਾਂ ਵੀ ਪ੍ਰੋਗਰਾਮ ਦੇਖਦੇ ਹਾਂ ਰੋਜ਼ ਹੀ ਤਕਰੀਬਨ, ਔਰ ਅੱਜ ਖਾਸ ਤੌਰ 'ਤੇ ਅਸੀਂ ਪ੍ਰੋਗਰਾਮ ਜਿਹੜਾ ਹੈਗਾ ਇਹ ਕਿਸਾਨਾਂ ਦਾ ਜਿਹੜਾ ਆਪਣੇ ਦਿੱਲੀ ਦੇ ਵਿੱਚ ਇੰਡੀਆ ਦੇ ਵਿੱਚ ਅੰਦੋਲਨ ਚੱਲ ਰਿਹਾ ਹੈਗਾ ਤਕਰੀਬਨ 2-2.5 ਮਹੀਨੇ ਤੋਂ। ਔਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਤਕਰੀਬਨ 6-7 ਹਫ਼ਤੇ ਉਹ ਲਾਈਨਾਂ ਦੇ ਉੱਤੇ ਬੈਠੇ ਰਹੇ ਔਰ ਗੱਡੀਆਂ ਵਗੈਰਾ ਰੋਕੀਆਂ ਗਈਆਂ। ਸੋ ਇਹਦਾ ਮਤਲਬ ਇਹ ਆ ਕਿ ਤਕਰੀਬਨ ਇਹ ਜਿਹੜਾ ਹੈਗਾ ਜਦੋਜਹਿਦ ਹੈਗੀ ਆ 4 ਮਹੀਨੇ ਦੀ ਚੱਲ ਰਹੀ ਹੈਗੀ ਆ, ਔਰ 4 ਤੋਂ ਵੀ ਜ਼ਿਆਦਾ। ਔਰ ਜਿਸਲੇ ਦਿੱਲੀ ਦੇ ਵਿੱਚ ਸ਼ੁਰੂ ਹੋਇਆ, ਤੁਹਾਨੂੰ ਪਤਾ ਕਿ ਉਸ ਟਾਈਮ ਦੇ ਉੱਤੇ ਪੁਲਿਸ ਦੀਆਂ ਉਹਨਾਂ ਨੇ ਲਾਠੀਆਂ ਵੀ ਖਾਧੀਆਂ, ਅਥਰੂ ਗੈਸ ਵੀ ਸੁੱਟੇ ਗਏ, ਔਰ ਪਾਣੀ ਦੀਆਂ ਜਿਹੜੀਆਂ ਕੈਨਨ ਹੈ ਉਹ ਵੀ ਵਿਚਾਰ ਕੀਤੀ ਗਈ। ਔਰ 2 ਮਹੀਨੇ ਤੋਂ ਬੱਚਿਆਂ ਦੇ ਨਾਲ ਔਰਤਾਂ ਔਰ ਬੁੱਢੀਆਂ ਮਾਤਾਵਾਂ ਦਾਦੀਆਂ 26 ਨਵੰਬਰ ਨੂੰ ਦਿੱਲੀ 'ਤੇ ਆ ਗਿਆ ਸੀ। ਹਾਂ, 26 ਨਵੰਬਰ ਨੂੰ ਦਿੱਲੀ 'ਤੇ ਆ ਗਏ ਔਰ ਇਹਨਾਂ ਨੇ ਬੜੇ ਹੀ ਤਸੀਹੇ ਕੱਟੇ। ਔਰ ਜੋ ਕੁਛ ਅੰਤ ਦੇ ਵਿੱਚ 26
ਜਨਵਰੀ ਨੂੰ ਹੋਇਆ ਰਿਪਬਲਿਕ ਡੇ ਦੇ ਉੱਤੇ ਅਸੀਂ ਖਾਸ ਤੌਰ ਤੇ ਉਹਦੇ ਉੱਤੇ ਕੰਸਨਟਰੇਟ ਕਰਾਂਗੇ, ਗੱਲ ਕਰਾਂਗੇ ਕਿ ਕੀ ਹੋਇਆ, ਕਿਉਂ ਹੋਇਆ ਔਰ ਅੱਗੇ ਲਈ ਰਸਤਾ ਕੀ ਆ। ਦਵਿੰਦਰ ਜੀ ਤੁਸੀਂ ਕੀ ਕੁਝ ਕਹਿਣਾ ਦੇਖੋ, ਪਹਿਲਾਂ ਤਾਂ ਇਹ ਦੋ ਬੜੇ ਮਹੱਤਵਪੂਰਨ ਦਿਨ ਹੈਗੇ ਆ ਜੀ। ਜਿਹੜਾ 26 ਨਵੰਬਰ ਸੀਗਾ, ਜਦੋਂ ਸੰਵਿਧਾਨ ਜਿਹੜਾ ਹੈਗਾ ਇੰਡੀਆ ਦਾ ਕਨਸਟੀਟਿਊਸ਼ਨ ਹੈਗਾ ਜੀ, ਉਹਨੂੰ ਅਡਾਪਟ ਕੀਤਾ ਗਵਰਨਮੈਂਟ ਨੇ ਕਿ ਅਸੀਂ ਉਹਨੂੰ ਪਾਸ ਕਰ ਦਿੱਤਾ ਵੀ ਅੱਜ ਤੋਂ ਪਾਸ ਹੈਗਾ ਔਰ ਇਹਨੂੰ ਲਾਗੂ ਕੀਤਾ ਜਾਊਗਾ। ਔਰ 26 ਜਨਵਰੀ ਨੂੰ ਉਹ ਲਾਗੂ ਕੀਤਾ ਗਿਆ ਔਰ ਇਹ ਬੜੇ ਮਹੱਤਵਪੂਰਨ ਦਿਨ ਸੀਗੇ। ਔਰ ਇਹਨਾਂ ਮਹੱਤਵਪੂਰਨ ਦਿਨਾਂ ਦੇ ਉੱਤੇ ਜਿਹੜਾ ਹੈਗਾ ਸੰਘਰਸ਼ ਹੋਰ ਵੀ ਤੇਜ਼ ਹੋਇਆ। ਔਰ ਉਹਦੇ ਵਿੱਚ ਪਹਿਲਾਂ ਤਾਂ ਜਦੋਂ ਪੰਜਾਬ ਦੇ ਵਿੱਚੋਂ ਜਾਂ ਹਰਿਆਣੇ ਦੇ ਵਿੱਚੋਂ ਦਿੱਲੀ ਨੂੰ ਕੂਚ ਕੀਤਾ ਹੈਗਾ, ਕੂਚ ਨਹੀਂ ਕੀਤਾ ਕਹਿ ਲਓ, ਜਦੋਂ ਉਹਨੇ ਆਪਣੀ ਗੱਲ ਦੱਸਣ ਵਾਸਤੇ, ਐਕਸਪਲੇਨ ਕਰਨ ਵਾਸਤੇ, ਗਵਰਨਮੈਂਟ ਨੂੰ ਸੁਣਾਉਣ ਵਾਸਤੇ ਦਿੱਲੀ ਨੂੰ ਆਏ ਆ। ਤੇ ਹਰਿਆਣੇ ਦੇ ਵਿੱਚ ਉਹਦੇ ਵਾਸਤੇ ਬਹੁਤ ਰੁਕਾਵਟਾਂ ਕੀਤੀਆਂ ਗਈਆਂ, ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕਿਆ ਗਿਆ, ਇਵਨ ਸੜਕਾਂ ਪੱਟ ਕੇ ਉਹਨਾਂ ਨੂੰ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈਗੀ। ਪਰ ਉਹਦੇ ਬਾਵਜੂਦ ਵੀ ਜਿਹੜੇ ਕਿਸਾਨ ਸੀਗੇ ਉਹ ਦਿੱਲੀ ਪਹੁੰਚਣ ਤੇ ਕਾਮਯਾਬ ਹੋ ਗਏ। ਪਰ ਉਹ ਚਾਹੁੰਦੇ ਸੀਗੇ ਆ ਕੇ ਰਾਮਲੀਲਾ ਗਰਾਊਂਡ ਦੇ ਵਿੱਚ ਜੰਤਰ ਮੰਤਰ ਤੇ ਆ ਕੇ ਆਪਣਾ ਵਿਰੋਧ ਪ੍ਰਦਰਸ਼ਨ ਜਿਹੜਾ ਵੀ ਹੈਗਾ ਉਹ ਕਰਨਾ। ਪਰ ਸਰਕਾਰ ਨੇ ਉਹਨਾਂ ਨੂੰ ਰੋਕ ਦਿੱਤਾ। ਦਿੱਲੀ ਦੇ ਬਾਰਡਰਾਂ ਦੇ ਉੱਤੇ ਹੀ ਬਾਹਰ ਉਹਨਾਂ ਨੂੰ ਬੈਠਣਾ ਪੈ ਗਿਆ, ਉੱਥੇ ਡੇਰੇ ਲਾਏ ਉਹਨਾਂ ਨੇ ਔਰ 2 ਮਹੀਨੇ ਤੱਕ ਉਹ ਉੱਥੇ ਡੇਰੇ ਲਾ ਕੇ ਬੈਠੇ ਰਹੇ। ਉਦੋਂ ਉਹਦੇ ਵਿੱਚ ਬਰਸਾਤ ਵੀ ਹੋਈ, ਮੀਂਹ ਪਿਆ, ਠੰਡ ਵੀ ਪਈ ਔਰ 150 ਤੋਂ ਜ਼ਿਆਦਾ ਜਿਹੜੇ ਬੰਦੇ ਜਿਹੜੇ ਹੈਗੇ ਉੱਥੇ ਜਿਹੜੇ ਜਿਨ੍ਹਾਂ ਨੇ ਪ੍ਰੋਟੈਸਟ ਕਰਨ ਆਏ ਸੀ ਉਹ ਸ਼ਹੀਦ ਵੀ ਹੋਏ ਆ। ਸ਼ਰਧਾਂਜਲੀ ਭੇਟ ਕਰਦੇ ਆ, ਉਹਨਾਂ ਦਾ ਆਦਰ ਸਤਿਕਾਰ ਕਰਦੇ ਆ ਪਿਆਰੇ ਦਰਸ਼ਕੋ ਜਿੰਨੇ ਉੱਥੇ ਸ਼ਹੀਦ ਹੋਏ ਆ। ਔਰ ਉਹਦੇ ਨਾਲ ਨਾਲ ਗਵਰਨਮੈਂਟ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕੀ। ਮਤਲਬ ਇਹ ਨਹੀਂ ਹੈ ਦਿੱਲੀ ਦੇ ਬੋਰਡ ਦੇ ਉੱਤੇ ਬੈਠੇ ਹੈਗੇ ਆ ਕਿ ਕੋਈ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਜਾਂ ਆਪ ਖੁਦ ਆ ਜਾਣ ਜਾਂ ਉਹਨਾਂ ਕੋਈ ਨੁਮਾਇੰਦੇ ਆ ਕੇ ਇਹਨਾਂ ਨਾਲ ਸਲਾਹ ਕਰਨ, ਗੱਲਬਾਤ ਕਰਨ ਜੀ। ਤੇ ਉਹਦੇ ਦੌਰਾਨ ਮੀਟਿੰਗਾਂ ਕਰਨ ਦਾ ਜਿਹੜਾ ਦਿਖਾਵਾ ਕੀਤਾ ਸਰਕਾਰ ਨੇ ਵੀ ਅਸੀਂ ਕੁਝ ਕਰ ਰਹੇ ਪਰ ਉਹ ਕੁਝ ਕੀਤਾ ਨਹੀਂ ਹੈ। ਮਤਲਬ ਨਾ ਤਾਂ ਉਹ ਉਹਦੇ ਵਾਸਤੇ ਕੋਈ ਸਜਗ ਸੀਗੇ, ਨਾ ਉਹ ਚਾਹੁੰਦੇ ਸੀ ਕੁਝ ਕਰਨਾ। ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਬਿੱਲ ਹੈਗੇ ਆ ਉਹੀ ਜਿਹੜੀ ਰਾਟੋ ਨਹੀਂ ਲਾਈ ਸੀਗੀ ਕਿ ਕਿਸਾਨਾਂ ਦੇ ਹੱਕ ਵਿੱਚ ਹੈਗੇ ਆ, ਉਹਨਾਂ ਦੇ ਫਾਇਦੇ ਲਈ ਹੈਗੇ ਆ ਤੇ ਅਸੀਂ ਵਾਪਸ ਨਹੀਂ ਲੈ ਸਕਦੇ। ਪਰ ਜਦੋਂ ਉਹਨਾਂ ਨੂੰ ਪੁੱਛਦੇ ਆ, ਸਰਕਾਰ ਨੂੰ ਇਹ ਵੀ ਕਈ ਵਾਰੀ ਪੁੱਛਦੇ ਹੈਗੇ ਆ ਵੀ ਜੇ ਤੁਸੀਂ ਵਾਪਸ ਲੈਂਦੇ ਤਾਂ ਸਾਨੂੰ ਇਹ ਦੱਸੋ ਵੀ ਇਹਦਾ ਨੁਕਸਾਨ ਕੀ ਹੁੰਦਾ। ਜਦੋਂ ਕਿਸਾਨਾਂ ਨੂੰ ਤਾਂ ਫਾਇਦਾ ਹੋ ਜਾਊਗਾ ਜੇ ਲਾਗੂ ਕਰਦੇ ਆ ਤਾਂ, ਪਰ ਜੇ ਗਵਰਨਮੈਂਟ ਵਾਪਸ ਲੈ ਲੈਂਦੀ ਹੈ ਤਾਂ ਗਵਰਨਮੈਂਟ ਦਾ ਕੀ ਨੁਕਸਾਨ ਹੈ? ਬਿਲਕੁਲ। ਜਾਂ ਕੰਟਰੀ ਦਾ ਕੀ ਨੁਕਸਾਨ ਹੋ ਰਿਹਾ? ਕੁਛ ਨਹੀਂ ਨੁਕਸਾਨ ਹੁੰਦਾ। ਉਹਦੇ ਕੋਲ ਕੋਈ ਸਰਕਾਰ ਕੋਲ ਕੋਈ ਉਹਦਾ ਜਵਾਬ ਨਹੀਂ ਹੈਗਾ। ਸੋ ਹੁਣ ਜਿਹੜਾ 26 ਜਨਵਰੀ ਦੇ ਉੱਤੇ ਕਿਸਾਨਾਂ ਨੇ ਇਹ ਐਲਾਨ ਕੀਤਾ ਸੀ ਕਿ ਜਿਹੜੀ 26 ਜਨਵਰੀ ਹੈਗੀ ਆ ਇਹ ਸਿਰਫ ਰਾਜਪੱਥ ਤੇ ਮਨਾਉਣ ਯੋਗ ਵਾਲੀ ਨਹੀਂ ਹੈਗੀ ਕਿ ਇਹ ਜਿਹੜਾ ਹਰੇਕ ਭਾਰਤੀ ਜਿਹੜਾ ਹੈਗਾ ਉਹਦਾ ਹੱਕ ਆ ਕਿ ਉਹ ਵੀ ਸੈਲੀਬ੍ਰੇਟ ਕਰੇ। ਔਰ ਅਸੀਂ ਹੁਣ ਦਿੱਲੀ ਦੇ ਵਿੱਚ ਆਏ ਆ, ਦਿੱਲੀ ਤੇ ਹੈਗੇ, ਅਸੀਂ ਵੀ ਆਪਣੇ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਚਾਹੁੰਦੇ ਇਹਨੂੰ। ਬਿਲਕੁਲ। ਮਤਲਬ ਉਸ ਦਿਨ ਦੇ ਉੱਤੇ ਅਸੀਂ ਵੀ ਆਪਣਾ ਜਿੱਦਾਂ ਮਾਰਚ ਕਰਾਂਗੇ, ਆਪਣੀ ਜਿਹੜੀ ਉਹਦਾ ਟਰੈਕਟਰ ਰੈਲੀ ਮਤਲਬ ਜਿਹੜੀ ਸੀਗੀ ਟਰੈਕਟਰ ਪਰੇਡ ਉਹ ਕਰਾਂਗੇ ਔਰ ਅਸੀਂ ਵੀ ਲੋਕਾਂ ਨੂੰ ਵਧਾਈ ਦੇਵਾਂਗੇ। ਬਿਲਕੁਲ। ਔਰ ਉਹਨਾਂ ਨੇ ਕੀਤੀ, ਪਰ ਗਵਰਨਮੈਂਟ ਨੇ ਜਾਣਬੁੱਝ ਕੇ ਉਹਨਾਂ ਨੂੰ ਡਿਲੇ ਕੀਤਾ, ਲੇਟ ਕੀਤਾ, ਲਾਸਟ ਮੂਮੈਂਟ ਤੱਕ ਫਾਈਨਲਾਈਜ਼ ਨਹੀਂ ਕਰ ਸਕੇ ਵੀ ਕਿਹੜਾ ਰੂਟ ਦਿੱਤਾ ਜਾਊਗਾ। ਕਿ ਜਦ ਜਿਹੜੇ ਕਿਸਾਨ ਲੀਡਰ ਸੀਗੇ, ਆਗੂ ਸੀਗੇ, ਉਹ ਚਾਹੁੰਦੇ ਸੀ ਵੀ ਜਿਹੜਾ ਆਊਟਰ ਸਰਕਲ ਹੈਗੀ ਦਿੱਲੀ ਦੀ ਜਿਹੜੀ ਰਿੰਗ ਰੋਡ ਆ ਉੱਥੇ ਤੀਵਰ ਮੁਦਰਿਕਾ ਬੱਸਾਂ ਵੀ ਚੱਲਦੀਆਂ ਹੈਗੀਆਂ, ਉਹ ਜਿਹੜੀ ਹੈਗੀ ਆ ਉਹਦੇ ਉੱਤੇ ਹੋਵੇ ਔਰ ਅਸੀਂ ਇੱਕ ਪਾਸੇ ਜਾ ਕੇ ਦਿੱਲੀ ਦਾ ਸਾਰਾ ਗੇੜਾ ਪੂਰੀ ਪਰਿਕਰਮਾ ਕਰਾਂਗੇ। ਕਰਕੇ ਕਈ ਬਾਰਡਰਾਂ ਦੇ ਉੱਤੇ ਬੈਠੇ ਹੈਗੇ, ਸਿੰਘੂ ਬਾਰਡਰ ਤੇ ਬੈਠੇ ਆ, ਗਾਜ਼ੀਪੁਰ ਬਾਰਡਰ 'ਤੇ ਬੈਠੇ ਆ, ਉਹ ਮਤਲਬ ਸਾਰੇ ਫਿਰ ਉਹਦੇ ਵਿੱਚ ਜੁਆਇਨ ਹੋ ਸਕਦੇ ਆ। ਪਰ ਗਵਰਨਮੈਂਟ ਨੇ ਜਾਣ ਬੁੱਝ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ 5 ਜਗ੍ਹਾ ਤੋਂ ਜਾਓਗੇ ਔਰ 5 ਡਿਫਰੈਂਟ ਰੂਟ ਤੇ ਜਾਓਗੇ। ਔਰ ਉਹਨਾਂ ਨੇ ਜਾਣ ਕੇ ਉਹਨਾਂ ਨੂੰ ਪਜ਼ਲ ਕਰਨ ਵਾਸਤੇ, ਗੁੰਮਰਾਹ ਕਰਨ ਵਾਸਤੇ ਉਹ ਮਤਲਬ ਉਹਨਾਂ ਨੂੰ ਦੱਸਿਆ। ਔਰ ਜਿਹੜਾ ਖਾਸ ਫਾਈਨਲ ਜਿਹੜਾ ਸੀਗਾ ਉਹ 25 ਤਰੀਕ ਰਾਤ ਨੂੰ ਦੱਸਿਆ, ਜਿਹਦੇ ਨਾਲ ਕਿ ਉਹ ਚੰਗੀ ਤਰ੍ਹਾਂ ਆਪਣੇ ਬਾਕੀ ਸਾਥੀਆਂ ਨਾਲ ਕਮਿਊਨੀਕੇਟ ਵੀ ਨਾ ਕਰ ਸਕਣ, ਉਹਨਾਂ ਨੂੰ ਚੰਗੀ ਤਰ੍ਹਾਂ ਅਰੇਂਜ ਵੀ ਨਾ ਕਰ ਸਕਣ। ਸੋ ਇਸ ਤਰੀਕੇ ਨਾਲ ਜਾਣ ਕੇ ਡਿਲੇ ਕੀਤਾ। ਔਰ ਫਿਰ ਜਦੋਂ ਦੂਸਰੇ ਦਿਨ 26 ਤਰੀਕ ਨੂੰ 11 ਵਜੇ ਦਾ ਟਾਈਮ ਸੀ ਜਦੋਂ ਤੁਰਨਾ ਸੀਗਾ, ਪਰ ਕੁਝ ਉਹਨਾਂ ਦੇ ਬੰਦੇ ਜਿਹੜੇ ਸੀਗੇ ਪਹਿਲੇ ਤੁਰ ਗਏ।
ਉਹਨੇ ਪਹਿਲਾਂ ਹੀ ਜਿਹੜੇ ਵਿੱਚ ਇੱਕ ਗਰੁੱਪ ਇੱਦਾਂ ਦਾ ਕਹਿ ਲਓ ਸ਼ਰਾਰਤੀ ਆਨਸਰ ਸੀ ਜਿਹੜੇ ਪਹਿਲਾਂ ਹੀ ਉਹਨਾਂ ਨੇ ਤੁਰ ਲਿਆ। ਪਰ ਉਹਦੇ ਬਾਵਜੂਦ ਜਿਹੜੇ ਬਾਕੀ ਵੀ ਤੁਰੇ ਹੋਇਆ, ਜਿਹੜਾ ਰੂਟ ਇਵਨ ਦੱਸਿਆ ਵੀ ਸੀ ਉਹ ਦੱਸਿਆ ਰੂਟ ਦੇ ਵਿੱਚ ਵੀ ਬੈਰੀਕੇਡ ਲਾ ਕੇ ਉੱਥੇ ਪੁਲਿਸ ਨੇ ਰੋਕੇ ਹੋਏ। ਜਿੱਦਾਂ ਵੀ ਉਹ ਦੱਸਦੇ ਹੈਗੇ ਜਿਹੜੇ ਲੀਡਰ ਹੈਗੇ ਆ ਉਹ ਆਪਣੇ ਆਰਗੇਨਾਈਜ਼ਰ ਜਿਹੜੇ ਹੈਗੇ ਆ ਕਿਸਾਨ ਯੂਨੀਅਨ ਦੇ ਲੀਡਰ ਹੈਗੇ, ਉਹ ਜਿੱਦਾਂ ਐਕਸਪਲੇਨ ਕਰਦੇ ਹੈਗੇ ਕਿ ਪੁਲਿਸ ਨੇ ਜਿਹੜਾ ਰਾਹ ਦੱਸਿਆ ਵੀ ਸੀਗਾ, ਰੂਟ ਦੱਸਿਆ ਵੀ ਸੀ, ਉਹਨੂੰ ਵੀ ਰੋਕਿਆ ਸੀ। ਔਰ ਜਦੋਂ ਇੱਕ ਜੰਕਸ਼ਨ ਤੇ ਤਾਂ ਇੱਦਾਂ ਦਾ ਕਿ ਉਹ ਦੋਨੇ ਪਾਸੇ ਰਾਹ ਪਾਉਂਦੇ ਆ, ਨਾ ਲੈਫਟ ਜਾ ਸਕਦੇ ਨਾ ਰਾਈਟ ਜਾ ਸਕਦੇ। ਉਹ ਫਿਰ ਜਿਹੜਾ ਰਾਈਟ ਵਾਲਾ ਸੀਗਾ ਉਹ ਉਹਨਾਂ ਨੇ ਰਾਹ ਖੋਲ ਦਿੱਤਾ, ਪੁਲਿਸ ਨੇ ਖੋਲ੍ਹਿਆ ਕਿ ਮਤਲਬ ਤੁਸੀਂ ਆਹ ਕਰੋ। ਜਦੋਂ ਹੱਲਾ ਗੁੱਲਾ ਜਿਹਾ ਹੋਣ ਲੱਗਾ ਤਾਂ ਉਹ ਜਿਹੜਾ ਰਾਹ ਸੀਗਾ ਉਹ ਲਾਲ ਕਿਲੇ ਵੱਲ ਨੂੰ ਜਾਂਦਾ ਸੀਗਾ। ਮਤਲਬ ਪੁਲਿਸ ਨੇ ਖੁਦ ਕੁਛ ਟਰੈਕਟਰ ਟਰਾਲੀਆਂ ਨੂੰ ਉਧਰ ਨੂੰ ਜਾਣ ਦਿੱਤਾ, ਲੋਕਾਂ ਨੂੰ ਉਧਰ ਨੂੰ ਲਾਲ ਕਿਲੇ ਵੱਲ ਨੂੰ ਜਾਣ ਕੇ ਭੇਜਿਆ। ਔਰ ਕੁਛ ਮੋਰੇ ਉਹਨਾਂ ਦੇ ਜਿਹੜੇ ਬੰਦੇ ਸ਼ਰਾਰਤੀ ਅਨਸਰ ਸੀਗਾ ਉਹ ਵੀ ਉਹਦੇ ਨਾਲ ਜਿਹੜੇ ਸੀਗੇ ਉਧਰ ਨੂੰ ਜਾਂਦੇ। ਹੁਣ ਜਿਹੜੇ ਬਾਹਰੋਂ ਆਏ ਆ ਉਹ ਤਾਂ ਜਿਹੜਾ ਪਿੱਛੇ ਜਿਹੜਾ ਮੋਰੇ ਟਰੈਕਟਰ ਹੈਗਾ ਉਹਨੂੰ ਪਿੱਛੇ ਫਾਲੋ ਕਰਦੇ ਆ। ਜਦ ਇੱਕ ਮੋਰੇ ਗਿਆ ਤੇ ਬਾਕੀ ਦੇ ਵੀ ਉਧਰ ਨੂੰ ਜਾਣ ਲੱਗ ਪਏ। ਸੋ ਕਾਫੀ ਸਾਰੇ ਜਿਹੜੇ ਟਰੈਕਟਰ ਸੀਗੇ ਉਹ ਚਲੇ ਗਏ। ਜਦ ਬਾਅਦ 'ਚ ਪਤਾ ਲੱਗਾ ਵੀ ਰੂਟ ਇੱਦਾਂ, ਤਾਂ ਫਿਰ ਉੱਧਰਲਾ ਬੰਦ ਕਰਕੇ ਫਿਰ ਦੂਜੇ ਪਾਸੇ ਨੂੰ ਸਹੀ ਪਾਸੇ ਨੂੰ ਵੀ ਤੋਰਿਆ। ਔਰ ਇੱਦਾਂ ਜਦੋਂ ਬੰਦ ਕਰਕੇ ਤਾਂ ਉੱਥੇ ਉਹਨਾਂ ਨੇ ਫਿਰ ਅਥਰੂ ਗੈਸ ਵੀ ਛੱਡੇ, ਸਮੋਕ ਵਾਲੇ ਜਿਹੜੇ ਟੀਅਰ ਗੈਸ, ਤੇ ਕਾਫੀ ਖੱਪ ਪਾਉਣ ਦੀ ਟਰਾਈ ਕੀਤੀ ਹੈਗੀ। ਔਰ ਉਹਦੇ ਵਿੱਚ ਇੱਕ ਇੱਦਾਂ ਵੀ ਹੋਇਆ ਕਿ ਇੱਕ ਨਿਹੰਗ ਸਿੰਘ ਜੀ ਨੇ ਇੱਕ ਆਦਮੀ ਨੂੰ ਫੜਿਆ ਜਿਹੜਾ ਕਿ ਪੁਲਿਸ ਦੀਆਂ ਬੱਸਾਂ ਦੇ ਸ਼ੀਸ਼ੇ ਭੰਨ ਰਿਹਾ। ਉਹਨੂੰ ਜਦੋਂ ਫੜ ਲਿਆ, ਉਹਨੂੰ ਫੜ ਕੇ ਪੁੱਛਿਆ ਵੀ ਤੂੰ ਕਦੋਂ ਸ਼ੀਸ਼ੇ ਭੰਨਦਾ, ਕਿ ਜਦ ਕੋਈ ਇੱਦਾਂ ਦਾ ਕੋਈ ਹੈ ਨਹੀਂ ਕਰਨ ਦਾ ਕੋਈ ਇਰਾਦਾ ਨਹੀਂ, ਨਾ ਸਾਨੂੰ ਕੋਈ ਗਾਈਡੈਂਸ ਹੈਗੀ ਆ। ਤੇ ਫਿਰ ਉਹ ਬੋਲਿਆ ਨਹੀਂ ਕੁਛ। ਪਰ ਜਦੋਂ ਉਹਨੂੰ ਅਰੈਸਟ ਕਰ ਲਿਆ, ਉਹਨੂੰ ਫੜ ਲਿਆ, ਤਾਂ ਉਹਦੇ ਕੋਲੋਂ ਮੋਰੇ ਗੱਲ ਤਾਂ ਆਉਂਦੀ ਨਹੀਂ ਸੀ, ਪਰ ਉਹਦੇ ਕੋਲ ਕਹਿੰਦੇ ID ਕਾਰਡ ਸੀਗਾ। ਉਹ ਪਤਾ ਲੱਗਾ ਉਹ ਪੁਲਿਸ ਵਾਲਾ ਸੀ। ਜਦੋਂ ਲੋਕ ਇਕੱਠੇ ਹੋ ਗਏ, ਵਿੱਚੋਂ ਕੋਈ ਹੋਰ ਆ ਕੇ ਉਹਦੇ ਕੋਲ ਪੁਲਿਸ ਵਾਲਾ ਕੋਲ ID ਕਾਰਡ ਜਿਹੜਾ ਲੈ ਕੇ ਚਲਾ ਗਿਆ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੀਡੀਆ ਵਿੱਚ ਨਹੀਂ ਦਿਖਾਉਂਦੇ। ਤੁਹਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਵਿੱਚੋਂ ਹੀ ਸਰਕਾਰ ਨੇ ਕੋਈ ਪਹਿਲੇ ਹੀ ਪਲਾਨ ਕੀਤਾ ਸੀਗਾ, ਸ਼ਰਾਰਤੀ ਆਨਸਰ ਸੀਗੇ ਵਿੱਚ ਹੀ ਆਏ। ਪਿਆਰੇ ਦਰਸ਼ਕੋ, ਥੋੜ੍ਹੀ ਜਿਹੀ ਗੱਲ ਮੈਂ ਰਿਮਾਈਂਡ ਕਰਾਉਣੀ ਚਾਹੁੰਦਾ ਤੁਹਾਨੂੰ। ਵੈਸੇ ਤਾਂ ਪਤਾ ਜਿਹੜੀਆਂ ਬਹੁਤੀਆਂ ਗੱਲਾਂ ਹੋਈਆਂ, 10-11 ਮੀਟਿੰਗਾਂ ਕੀਤੀਆਂ ਸਰਕਾਰ ਨੇ ਜਿਹੜੇ ਕਿਸਾਨਾਂ ਦੇ ਲੀਡਰ ਸਨ। ਔਰ ਮੀਟਿੰਗਾਂ ਜਿਹੜੀਆਂ ਉਹ ਸਿਰਫ ਇਸ ਦੋ ਗੱਲਾਂ ਲਈ ਕਰਦੇ ਸਨ, ਭਾਈ ਜਿਹੜਾ ਕੋਰਟ ਹੈਗੀ ਆ, ਖਾਸ ਤੌਰ 'ਤੇ ਹਾਈ ਕੋਰਟ ਆ, ਉਹਨੂੰ ਦਿਖਾ ਸਕੀਏ ਕਿ ਅਸੀਂ ਹਰ ਹੁੰਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਦੂਸਰੀ ਗੱਲ ਇਹ ਸੀਗੀ ਕਿ ਅਸੀਂ ਇਹਨਾਂ ਨੂੰ ਚੱਕਰ 'ਚ ਪਾਈ ਰੱਖੀਏ ਔਰ ਇਹਨਾਂ ਨੂੰ ਕੁਝ ਪਤਾ ਨਹੀਂ ਲੱਗਣਾ। ਔਰ ਕਹਿੰਦੇ ਵੀ ਸੀਗੇ ਭਾਈ ਤੁਸੀਂ ਕੋਈ ਵਕੀਲ ਲਿਆਓ, ਤੁਹਾਨੂੰ ਪਤਾ ਨਹੀਂ ਹੈਗਾ ਜਿਹੜਾ ਤੁਹਾਨੂੰ ਸਮਝਾ ਸਕੇ। ਦੇਖੋ ਨਾ, ਇਹੋ ਜਿਹੀਆਂ ਗੱਲਾਂ ਉਹ ਕਰਦੇ ਸੀਗੇ। ਔਰ ਜਿਹੜਾ ਕਾਨੂੰਨ ਹੈਗਾ ਉਹਨਾਂ ਨੇ ਪਹਿਲਾਂ ਹੀ ਪਾਸ ਕੀਤਾ ਹੈ, ਔਰ ਉਹਦੇ ਬਾਰੇ ਵੀ ਅਸੀਂ ਪਹਿਲਾਂ ਵੀ ਦੱਸਿਆ ਸੀਗਾ। ਦੂਸਰੇ ਸਾਡੇ ਬੁਲਾਰੇ ਜਿਹੜੇ ਉਹ ਵੀ ਦੱਸ ਗਏ ਕਿ ਲੋਕਡਾਊਨ ਦੇ ਦਰਮਿਆਨ 'ਚ ਕੋਈ ਕੰਸਲਟੇਸ਼ਨ ਨਹੀਂ ਹੋਈ ਕਿਸੇ ਦੇ ਨਾਲ, ਪਾਰਲੀਮੈਂਟ ਦੇ ਵਿੱਚ ਕੋਈ ਬਹਿਸ ਨਹੀਂ ਹੋਈ। ਉਹ 3 ਕਾਨੂੰਨ ਇਹਨਾਂ ਨੇ ਪਾਸ ਕਰ ਲਏ। ਇਕੱਲੇ 3 ਹੀ ਨਹੀਂ, ਬਹੁਤ ਸਾਰੇ ਕਾਨੂੰਨ ਹੋਰ ਵੀ ਪਾਸ ਕੀਤੇ ਆ। ਔਰ ਇਹ ਜਿਹੜੇ ਮੁੱਦਾ ਮੁੱਕੇਗਾ ਅਸੀਂ ਦੁਬਾਰਾ ਉਹਨਾਂ ਕਾਨੂੰਨਾਂ ਬਾਰੇ ਵੀ ਗੱਲਾਂ ਕਰਾਂਗੇ। ਬੜੇ ਉਹ ਡੇਂਜਰਸ ਕਾਨੂੰਨ ਪਾਸ ਕੀਤੇ ਹੈਗੇ ਆ। ਔਰ 10-11 ਮੀਟਿੰਗਾਂ ਕਰਕੇ ਉਹਨਾਂ ਨੂੰ ਚੱਕਰ ਦੇ ਵਿੱਚ ਪਾਈ ਰੱਖਿਆ। ਔਰ ਉਹ ਇਹ ਦੇਖ ਰਹੇ ਸਨ ਕਿ ਇਹਨਾਂ ਦੀ ਜਿਹੜੀ ਤਾਕਤ ਹੈਗੀ ਆ, ਕਿਸਾਨਾਂ ਦੀ ਜਿਹੜੀ ਯੂਨਿਟੀ ਹੈਗੀ ਆ, ਇਹ ਟੁੱਟ ਜਾਊਗੀ। ਇਹਨਾਂ ਨੇ ਹਾਰ ਕੇ, ਥੱਕ ਕੇ, ਠੰਡ ਦੇ ਵਿੱਚ ਇਹਨਾਂ ਨੇ ਵਾਪਸ ਹੋ ਜਾਣਾ। ਹੋਇਆ ਕਿ ਜਿਸ ਤਰ੍ਹਾਂ ਕਹਿੰਦੇ ਕਿ ਕਾਫਲਾ ਚੱਲਦਾ ਗਿਆ ਔਰ ਲੋਕ ਰਲਦੇ ਗਏ। ਸੋ ਉਹ ਜ਼ਿਆਦਾ ਤੋਂ ਜ਼ਿਆਦਾ ਲੋਕ ਆਉਂਦੇ ਗਏ। ਔਰ ਸਾਰੇ ਭਾਰਤ ਦੇ ਵਿੱਚ ਇਹ ਆ ਕਿ ਲੋਕ ਜਿਹੜੇ ਆ ਜਗ੍ਹਾ ਜਗ੍ਹਾ 'ਤੇ, ਲਖਨਊ ਦੇ ਵਿੱਚ ਵੀ ਜਲੂਸ ਜਲਸੇ ਕੱਢੇ ਗਏ, ਬੰਬਈ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਬਹੁਤ ਬੜਾ ਜਲੂਸ ਜਲਸਾ ਹੋਇਆ। ਔਰ ਦੂਸਰੇ ਸ਼ਹਿਰਾਂ ਦੇ ਵਿੱਚ, ਕਲਕੱਤੇ ਦੇ ਵਿੱਚ ਵੀ ਇਹਨਾਂ ਨੇ ਖੱਪ ਬੜੀ ਪਾਈ। ਪਰ ਕਿਸਾਨਾਂ ਨੇ ਉੱਥੇ ਅਨਾਊਂਸ ਕੀਤਾ, ਮਮਤਾ ਬੈਨਰਜੀ ਨੇ ਅਨਾਊਂਸ ਕੀਤਾ ਕਿ ਕਿਸਾਨਾਂ ਦੇ ਅਸੀਂ ਹੱਕ ਦੇ ਵਿੱਚ ਹਾਂ। ਔਰ ਉਹ ਜਿਹੜੇ ਸਾਰੇ ਮੁਲਕ ਦੇ ਵਿੱਚ ਬੇਸ਼ੱਕ ਉਹਨਾਂ ਦਾ ਮੋਦੀ ਮੀਡੀਆ ਸਰਕਾਰ ਦਾ ਜਿਹੜਾ ਹੈਗਾ ਪੱਖ ਪੂਰਦੀ ਰਹੀ, ਨੈਗੇਟਿਵਿਟੀ
ਕਿਸਾਨਾਂ ਦੇ ਅੰਦੋਲਨ ਦੀ ਦਿਖਾਉਂਦੀ ਰਹੀ, ਪਰ ਫਿਰ ਵੀ ਲੋਕ ਜਿਹੜੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਹੋ ਗਏ। ਅਸੀਂ ਹੁਣ ਇੱਥੇ ਛੇਤੀ ਨਾ ਆਉਣੇ ਕਿਉਂਕਿ ਸਾਡਾ ਟਾਈਮ ਬੜਾ ਥੋੜ੍ਹਾ। ਔਰ ਜੋ ਕੁਛ ਉਸ ਲਾਲ ਕਿਲੇ ਦੇ ਉੱਤੇ ਹੋਇਆ ਪਿਆਰੇ ਦਰਸ਼ਕੋ, ਉਹ ਮੈਂ ਸਮਝਦਾ ਹੈਗਾ ਬਹੁਤ ਹੀ ਨਿੰਦਨੀय ਹੈ। ਬੜੀ ਸ਼ਰਮ ਦੀ ਗੱਲ ਇਹ ਹੈਗੀ ਆ ਕਿ ਸਾਡੀ ਲੜਾਈ ਜਿਹੜੀ ਹੈਗੀ ਆ, ਜਿਸ ਲਈ ਮੈਂ ਸਾਡੀ ਕਹਿਣਾ, ਇਹਦਾ ਮਤਲਬ ਕਿਸਾਨਾਂ ਦੀ, ਮਜ਼ਦੂਰਾਂ ਦੀ, ਸਾਰਿਆਂ ਦੀ ਉਹ ਇੱਕ ਹੱਕਾਂ ਦੀ ਲੜਾਈ ਸੀ, ਸੰਵਿਧਾਨਿਕ ਲੜਾਈ ਸੀਗੀ। ਔਰ ਪੀਸਫੁਲ ਲੜਾਈ ਜਿਹੜੀ ਹੈਗੀ ਆ, ਉਹ ਜਿਹੜਾ ਕਨਸਟੀਟਿਊਸ਼ਨ ਹੈਗਾ ਉਹ ਅਲਾਉ ਕਰਦਾ। ਉਹ ਜਿਹੜੀ ਲੜਾਈ ਨੂੰ ਇੱਕ ਅੱਤਵਾਦੀ ਸ਼ਕਲ ਦਿੱਤੀ ਗਈ ਉਸ ਕਿਲੇ ਦੇ ਉੱਤੇ ਆ ਕੇ, ਉਹਦੇ ਵਿੱਚ ਬੇਸ਼ੱਕ ਬਾਹਰਲੇ ਵੀ ਹੋਣ, ਬੇਸ਼ੱਕ BJP ਦੇ ਏਜੰਟ ਵੀ ਹੋਣ, ਪਰ ਮੈਂ ਇਹ ਸਮਝਦਾ ਪਿਆਰੇ ਦਰਸ਼ਕੋ, ਸਾਰੇ ਦੇ ਸਾਰੇ ਨਾ ਤਾਂ BJP ਦੇ ਏਜੰਟ ਸੀਗੇ, ਨਾ ਉਹ ਖਰਾਬ ਕਰਨ ਵਾਲੇ ਸੀਗੇ। ਲੱਖਾਂ ਦੀ ਤਾਦਾਦ ਦੇ ਵਿੱਚ ਤੁਸੀਂ ਫੋਟੋਆਂ ਦੇਖੀਆਂ ਹੋਵੇਗੀਆਂ, ਲੱਖਾਂ ਦੀ ਤਾਦਾਦ ਦੇ ਵਿੱਚ ਉਹ ਲਾਲ ਕਿਲੇ ਦੇ ਉੱਤੇ ਚੜ੍ਹ ਗਏ ਔਰ ਇੱਧਰ ਉੱਧਰ ਘੇਰਾ ਪਾ ਲਿਆ। ਔਰ ਉੱਥੇ ਜੋ ਕੁਛ ਹੋਇਆ ਉਹ ਤੁਸੀਂ ਦੇਖਿਆ ਹੈਗਾ ਕਿ ਲਾਲ ਕਿਲੇ ਦੇ ਉੱਤੇ ਤਿਰੰਗਾ ਝੰਡਾ ਔਰ ਉਹਦੇ ਨਾਲ ਇੱਕ ਧਾਰਮਿਕ ਝੰਡਾ ਵੀ ਚੜਾਇਆ ਗਿਆ। ਮੈਂ ਸਮਝਦਾ ਕਿ ਉਹ ਵਿਧਾਨ ਦੀ ਇੱਕ ਤੋਹੀਨ ਹੈ। ਲੜਾਈ ਜਿਹੜੀ ਉਹ ਹੈਗੀ ਆ ਸਰਕਾਰ ਦੇ ਨਾਲ, ਸਰਕਾਰ ਹੈਗੀ ਆ BJP ਦੀ। BJP ਜਿਹੜੀ ਆ ਉਹ ਭਾਰਤ ਨਹੀਂ ਹੈਗਾ, ਜਿਹੜਾ ਲਾਲ ਕਿਲਾ ਹੈਗਾ ਉਹ ਭਾਰਤ ਦਾ ਹੈਗਾ। ਬਿਲਕੁਲ ਠੀਕ ਹੈ। ਔਰ ਜੇ ਤੁਸੀਂ BJP ਨੂੰ ਛੱਡ ਕੇ ਭਾਰਤ ਦੇ ਨਾਲ ਲੜਾਈ ਕਰਨ ਲੱਗ ਪਓ ਪਿਆਰੇ ਦਰਸ਼ਕੋ, ਕਦੀ ਨਹੀਂ ਜਿੱਤੋਗੇ, ਕਿਉਂਕਿ ਭਾਰਤ ਦੇ ਕੋਲ ਬਹੁਤ ਆਰਮੀ ਹੈ, ਏਅਰ ਫੋਰਸ ਆ, ਸਮੁੰਦਰੀ ਸੈਨਾ ਦੀ ਉਹ ਵੀ ਹੈਗੀ ਆ। ਤੁਹਾਨੂੰ ਪਤਾ 1980 ਦਾ ਦਹਾਕਾ ਜਿਹੜਾ ਪੰਜਾਬ ਦੇ ਵਿੱਚ ਜੋ ਕੁਛ ਹੋਇਆ ਸੀਗਾ, ਅੱਤਵਾਦ ਦਾ ਸਮਾਂ, ਉਹ ਜਿਹੜਾ ਹੈਗਾ ਖਾਲਿਸਤਾਨ ਦਾ ਜਿਹੜੀ ਮੂਵਮੈਂਟ ਸੀਗੀ, ਜਾਂ ਇੰਦਰਾ ਗਾਂਧੀ ਨੂੰ ਮਾਰਨ ਦੀ, ਜਾਂ ਦਿੱਲੀ ਦੇ ਵਿੱਚ ਜੋ ਕੁਛ ਹੋਇਆ, ਇਹ ਸਾਰਿਆਂ ਨੂੰ ਪਤਾ ਹੈਗਾ। ਉਹ ਜਿਹੜੀ ਕੁਛ ਵੀ ਇਹੋ ਜਿਹਾ ਹੈਗਾ, ਉਹ ਅੱਤਵਾਦ ਜਾਂ ਤਸ਼ੱਦਦ ਦੇ ਨਾਲ ਆਪਾਂ ਨਹੀਂ ਜਿੱਤ ਸਕਦੇ। ਜੇ ਜਿੱਤ ਸਕਦੇ ਹਾਂ ਕਾਨੂੰਨੀ ਤਰੀਕੇ ਦੇ ਨਾਲ, ਸੰਵਿਧਾਨਿਕ ਤਰੀਕੇ ਦੇ ਨਾਲ ਜਦੋਜਹਿਦ ਕਰਕੇ ਅਸੀਂ ਉਹ ਜਿਹੜੀ ਆ ਲੜਾਈ ਅਸੀਂ ਜਿੱਤ ਸਕਦੇ ਹਾਂ। ਬਿਲਕੁਲ ਉਹ ਕਿਸਾਨਾਂ ਦੀ ਲੜਾਈ ਨਹੀਂ ਸੀ ਇਕੱਲਿਆਂ ਦੀ, ਉਹ ਲੜਾਈ ਸਾਰੇ ਮਜ਼ਦੂਰਾਂ ਦੀ ਸੀ। ਅੱਜ ਮੇਰੀ ਵਾਰੀ, ਅੱਜ ਉਹਦੀ ਵਾਰੀ, ਅੱਜ ਉਹਦੀ ਵਾਰੀ। ਠੀਕ ਹੈ, ਮਜ਼ਦੂਰਾਂ ਦੇ, ਕਿਸਾਨਾਂ ਦੇ ਅਲੱਗ-ਅਲੱਗ ਗਰੁੱਪ ਹੈਗੇ ਆ, ਅਲੱਗ-ਅਲੱਗ ਸ਼੍ਰੇਣੀਆਂ, ਅਲੱਗ-ਅਲੱਗ ਜਾਤ ਪਾਤ, ਅਲੱਗ-ਅਲੱਗ ਧਰਮ ਹੈਗੇ ਆ। ਪਰ ਜੇ ਅਸੀਂ ਸਾਰੇ ਹੀ ਇਕੱਠੇ ਹੋ ਕੇ ਉੱਥੇ ਝੰਡਾ ਚੜਾਉਣ ਲੱਗ ਪਏ, ਉਹ ਵੀ ਗਲਤ ਹੈਗੀ ਹੈ। ਜਿਹੜੇ ਕਿਸਾਨਾਂ ਦੀ ਲੀਡਰਸ਼ਿਪ ਹੈ ਨਾ, ਉਹ ਬਾਰ-ਬਾਰ ਹਰ ਸਟੇਜ ਤੋਂ ਕਹਿੰਦੇ ਆ, ਉਹਨਾਂ ਨੇ ਕਿਹਾ ਕਿ ਜਿਹੜੀ ਲੜਾਈ ਹੈਗੀ ਆ ਸਾਰੇ ਕਿਸਾਨਾਂ ਦੀ ਲੜਾਈ ਆ, ਕਿਸੇ ਧਰਮ ਦੀ ਲੜਾਈ ਨਹੀਂ ਹੈ। ਬਿਲਕੁਲ। ਔਰ ਇਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਹੈਗੇ ਉਹ ਸਹਿਯੋਗ ਦੇ ਰਹੇ ਆ। ਬਿਲਕੁਲ ਬਿਲਕੁਲ। ਕਿਸੇ ਵੀ ਧਰਮ ਦਾ ਝੰਡਾ ਨਹੀਂ ਹੋਣਾ ਚਾਹੀਦਾ, ਮਤਲਬ ਕੋਈ ਧਰਮ ਨਹੀਂ ਲੀਡ ਕਰਦਾ, ਜਿਹੜਾ ਕਿਸਾਨਾਂ ਦਾ ਝੰਡਾ ਹੈਗਾ ਉਹ ਲੀਡ ਕਰਦੇ ਆ। ਤੁਹਾਨੂੰ ਵਿੱਚੇ ਹੀ ਮੈਂ ਟੋਕਦਾ ਕਿ ਪੰਜਾਬ ਤੋਂ ਮੰਨੇ ਪ੍ਰਮਾਣੇ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਇਹ ਕਈ ਗੁਰਦੁਆਰੇ, ਸਭ ਤੋਂ ਵੱਡਾ ਗੁਰਦੁਆਰਾ ਸੰਤ ਬੱਲਾਂ ਵਾਲਿਆਂ ਦਾ, ਸੱਚਖੰਡ ਦਾ, ਉਹ ਵੀ ਉੱਥੇ ਸੰਤ ਸੀਗੇ। ਹੋਰ ਸੰਤ ਮੰਡਲੀ ਵੀ ਗਏ, ਉਹਨਾਂ ਨੇ ਕਈ ਕੰਮ ਵੀ ਕੀਤੇ, ਲੰਗਰ ਵੀ ਲਾਏ। ਔਰ ਇੱਥੋਂ ਤੱਕ ਜਿਹੜੇ ਸ਼ਾਂਤੀ ਦੇ ਬਹੁਤ ਹੀ ਜ਼ਿਆਦਾ ਪੁਜਾਰੀ ਹੈ, ਬੁੱਧਿਸਟ ਭਿਕਸ਼ੂ ਜਿਹੜੇ ਹੈਗੇ ਆ, ਉਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਗਏ ਪਿਆਰੇ ਦਰਸ਼ਕੋ। ਔਰ ਅੱਜ ਸਵੇਰੇ ਮੈਂ ਦੇਖ ਕੇ ਬੜਾ ਹੈਰਾਨ ਹੋਇਆ, 4-5 ਉੱਥੇ ਜੰਗ ਮੁੰਡੇ, 5-6 ਜਣੇ, ਉਹ ਗੁਰਦਾਸਪੁਰ ਤੋਂ ਆਏ। ਕੌਣ ਸੀਗੇ? ਮੋਚੀ। ਸ਼ੂ ਗੱਠਦੇ ਸੀ ਔਰ ਬੂਟ ਪਾਲਿਸ਼ ਕਰਦੇ ਸੀ ਫਰੀ। ਉਹ ਕਹਿੰਦੇ ਵੀ ਸਾਨੂੰ 2 ਮਹੀਨੇ ਆਏ ਨੂੰ ਹੋਏ, ਅਸੀਂ ਫਰੀ ਸਰਵਿਸ ਕਰਦੇ ਹਾਂ। ਸੋ ਉਹ ਵੀ ਇਸ ਗੱਲ ਲਈ ਆਏ ਸਨ ਕਿ ਇਹ ਹੱਕਾਂ ਦੀ ਲੜਾਈ ਆ, ਇਹਦੇ ਵਿੱਚ ਸਾਡਾ ਹਿੱਸਾ ਬਣਦਾ ਹੈ। ਹਾਂਜੀ, ਹੁਣ ਦੇਖੋ, ਜਦ ਇਹ ਕਿਸੇ ਵੀ ਧਰਮ ਦੀ ਲੜਾਈ ਨਹੀਂ ਹੈਗੀ, ਮਤਲਬ ਇਹ ਹੈਗੀ ਆ ਐਕਚੁਅਲੀ ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈਗੀ, ਲੋਕਤੰਤਰ ਨੂੰ ਬਚਾਉਣ ਦੀ ਲੜਾਈ ਆ। ਜਿਹੜੇ ਤਿੰਨੇ ਹੀ ਕਾਨੂੰਨ ਹੈਗੇ ਆ, ਇਹ ਜਿਹੜੇ ਹੈਗੇ ਇਹ ਸਾਰੇ ਲੋਕਾਂ ਦੇ ਉੱਤੇ ਤਸ਼ੱਦਦ ਢਾਉਣ ਨੂੰ, ਉਹਨਾਂ ਦੇ ਹੱਕਾਂ ਤੋਂ ਉਹਨਾਂ ਨੂੰ ਵਾਂਝੇ ਕਰਨ ਵਾਸਤੇ ਹੈ। ਔਰ ਲੋਕੀ ਇਸ ਨੂੰ ਸਮਝਦੇ ਆ, ਜਿਹੜੇ ਕਿਸਾਨ ਨਹੀਂ ਹੈਗੇ, ਨਹੀਂ ਵੀ ਹੈਗੇ, ਉਹ ਵੀ ਸਮਝਦੇ ਆ, ਉਹ ਵੀ ਸਹਿਯੋਗ ਦਿੰਦੇ ਹੈਗੇ ਆ। ਹੁਣ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਲਾਲ ਕਿਲੇ ਦੇ ਝੰਡੇ ਫਹਿਰਾਏ ਗਏ ਆ ਸਿੱਖ ਧਰਮ ਦੇ, ਜੇ ਤੁਹਾਨੂੰ ਚੇਤਾ ਹੋਊਗਾ, ਜਦੋਂ ਆਪਣਾ ਇਹ ਐਜੀਟੇਸ਼ਨ ਸ਼ੁਰੂ ਹੋਈ ਹੈ ਦਿੱਲੀ ਦੇ ਵਿੱਚ, ਜਿਹੜੇ
ਉਹਦੇ ਲੀਡਰਾਂ ਨੇ ਰਾਜੇਵਾਲ ਨੇ ਖਾਸ ਕਰਕੇ ਸਟੇਜ ਤੋਂ ਕਿਹਾ ਸੀਗਾ ਕਿ ਜਿਹੜੇ ਸਾਡੇ ਸਿੱਖ ਧਰਮ ਦੇ ਝੰਡੇ ਹੈਗੇ ਆ ਇਹਨਾਂ ਨੂੰ ਥੋੜੇ ਘੱਟ ਰੱਖੋ, ਕਿਉਂਕਿ ਇਹਦੇ ਵਿੱਚ ਸਾਰੇ ਹੀ ਹੈਗੇ, ਇਸ ਇਕੱਲਾ ਸਿੱਖਾਂ ਦਾ ਨਹੀਂ ਹੈਗਾ ਜਿਹੜਾ ਇਹ ਐਜੀਟੇਸ਼ਨ ਹੈਗਾ ਆ, ਤੇ ਇਸ ਜਿਹੜਾ ਸਾਰਿਆਂ ਦਾ ਹੀ ਹੈਗਾ। ਸੋ ਕਈਆਂ ਨੇ ਮਾਈਂਡ ਵੀ ਕੀਤਾ, ਪਰ ਜਿਹੜੇ ਬਾਹਲੇ ਸੀਗੇ ਉਹ ਸਮਝ ਗਏ ਸੀਗੇ। ਸੋ ਹੁਣ ਜਿਹੜਾ ਇਹ ਝੰਡੇ ਚੜਾਏ ਗਏ ਇੱਕ ਸ਼ਰਾਰਤੀ ਅਨਸਰ ਵੱਲੋਂ ਚੜਾਏ ਗਏ ਉੱਥੇ ਕਰਕੇ, ਜਦੋਂ ਪਹਿਲਾਂ ਸਰਕਾਰ ਇਹੀ ਕਹਿੰਦੀ ਸੀ ਇਹ ਤਾਂ ਸਿਰਫ ਸਿੱਖਾਂ ਦਾ ਹੀ ਮਸਲਾ ਹੈਗਾ, ਸਿਰਫ ਸਿੱਖ ਇਹਨੂੰ ਲੀਡ ਕਰਦੇ ਹੈਗੇ, ਜਾਂ ਇਹਦੇ ਵਿੱਚ ਖਾਲਿਸਤਾਨੀ ਹੈਗੇ ਆ। ਥੋੜੀ ਫੋਟੋ ਦੇਖੀਏ। ਹਾਂ ਦੇਖੀ ਚਲੋ, ਤੁਸੀਂ ਦੱਸੋ ਹੈ ਨਾ, ਕਰਕੇ ਆਪਣੇ ਦਰਸ਼ਕੋ ਜਿਹੜੇ ਪਿਆਰੇ ਦਰਸ਼ਕੋ ਆਪਣੇ ਕੋਲ ਕੁਝ ਫੋਟੋ ਹੈਗੀਆਂ, ਉਹ ਤੁਹਾਨੂੰ ਨਾਲ ਨਾਲ ਦਿਖਾਉਂਦੇ ਆ, ਨਾਲ ਨਾਲ ਇਹ ਗੱਲਬਾਤ ਵੀ ਕਰਦੇ ਹੈਗੇ ਆ। ਟੈਕਨੀਸ਼ੀਅਨ ਜੀ ਉਹ ਵੀ ਫੋਟੋ ਵੀ ਦਿਖਾਇਆ ਜਰਾ ਕੁ। ਹੁਣ ਆਹ ਦੇਖੋ ਜਿਹੜੇ ਆ ਵਿੱਚ ਬੈਠੇ ਹੈਗੇ ਦੀਪ ਸਿੱਧੂ ਜੀ ਇਹਦੇ ਸਰਕਲ ਦੇ ਵਿੱਚ, ਆਪਣੇ ਪ੍ਰਾਈਮ ਮਿਨਿਸਟਰ ਦੇ ਨਾਲ ਤੁਹਾਨੂੰ ਪਤਾ ਕਿ ਐਕਟਰ ਹੈਗੇ ਆ ਜਿਹੜੇ ਬੀਜੇਪੀ ਦੇ ਸੰਸਦ ਹੈਗੇ ਆ, ਸਨੀ ਦਿਓਲ ਜੀ, ਸਨੀ ਦਿਓਲ ਦੇ ਨਾਲ, ਪ੍ਰਧਾਨ ਮੰਤਰੀ ਦੇ ਨਾਲ। ਇਹ ਕਿਹਾ ਜਾਂਦਾ ਕਿ ਜਿਹੜਾ ਦੀਪ ਸਿੱਧੂ ਜੀ ਆ ਇਹਨੇ ਸਾਰਿਆਂ ਨੂੰ ਗੁੰਮਰਾਹ ਕੀਤਾ, ਔਰ ਇਹ ਮੋਰੇ ਲੀਡ ਕਰਦਾ ਸੀਗਾ, ਇਹ ਲੀਡ ਕਰਦਾ ਸੀ, ਜਿਹਨੇ ਝੰਡੇ ਚੜਾਏ ਆ, ਤੇ ਹੀ ਇਜ਼ ਦਾ ਰਿੰਗ ਲੀਡਰ ਯੂ ਨੋ। ਔਰ ਸਾਹਮਣੇ ਆਦਾ ਕਿ ਸਾਰੇ ਜਿਹੜੇ ਸੀਗੇ ਇਹਨਾਂ ਨੇ ਬੀਜੇਪੀ ਔਰ ਆਰਐਸਐਸ ਨੇ ਰਲ ਕੇ ਬਦਨਾਮ ਐਜੀਟੇਸ਼ਨ ਨੂੰ ਬਦਨਾਮ ਕਰਨ ਵਾਸਤੇ ਦੇਖੋ ਕਿੱਦਾਂ ਫੋਟੋ ਖਿੱਚੀਆਂ ਕਰਦੀਆਂ। ਦੇਖੋ ਅਮਿਤ ਸ਼ਾਹ ਦੇ ਨਾਲ ਬੈਠੇ ਹੈਗੇ, ਔਰ ਬੈਠੇ ਵੀ ਉਹਨਾਂ ਦੇ ਪ੍ਰਾਈਵੇਟ ਘਰ ਦੇ ਵਿੱਚ ਆ, ਇਹ ਨਹੀਂ ਹੈ ਕਿ ਪਬਲਿਕ ਦੇ ਵਿੱਚ ਫੋਟੋ ਖਿੱਚੀ ਹੋਈ ਆ। ਔਰ ਫਿਰ ਪਿਆਰੇ ਦਰਸ਼ਕੋ ਅੱਜ ਸਵੇਰੇ ਖਬਰ ਇਹ ਆ ਰਹੀ ਸੀਗੀ ਕਿ ਹੇਮਾ ਮਾਲਿਨੀ ਔਰ ਧਰਮਿੰਦਰ ਜੀ ਦੇ ਨਾਲ ਦੇਖ ਲਓ ਸਿੱਧੂ ਆ, ਹੇਮਾ ਮਾਲਿਨੀ ਨੇ ਵੀ ਬਿਆਨ ਦਿੱਤਾ ਸੀਗਾ ਕਿ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਯੂ ਨੋ। ਸੋ ਇਦਾਂ ਦੇ ਮਸਲੇ ਹੈਗੇ ਕਰਕੇ ਇੱਕ ਸਾਜ਼ਿਸ਼ ਦੇ ਅਧੀਨ ਜਿਹੜੇ ਹੈਗੇ ਆ ਉੱਥੇ ਝੰਡੇ ਚੜਾਏ ਗਏ ਹੈਗੇ ਆ। ਔਰ ਦੂਸਰਾ ਜਿਹੜਾ ਨਾਂ ਲਿਆ ਜਾ ਰਿਹਾ ਲੱਖਾ ਸਿੰਘ ਸਦਾਣਾ ਹੈ ਜੀ, ਇੱਕ ਉਹ ਵੀ ਆ ਜਿਹੜਾ ਕਿ ਅਕਾਲੀ ਪਾਰਟੀ ਦੀ ਟਿਕਟ ਦੇ ਉੱਤੇ ਅਸੈਂਬਲੀ ਦਾ ਇਲੈਕਸ਼ਨ ਲੜ ਚੁੱਕਾ, ਔਰ ਉਹਦੇ ਉੱਤੇ ਕੋਈ 2 ਦਰਜਨਾਂ ਕੇਸ ਦੱਸਦੇ ਆ, ਔਰ 3 ਸਾਲ ਦੀ ਇੱਕ ਕੇਸ ਦੇ ਵਿੱਚ ਉਹ ਸਜ਼ਾ ਵੀ ਕੱਟ ਕੇ ਆਇਆ, ਔਰ ਕੇਸਾਂ ਦੇ ਵਿੱਚੋਂ ਉਹਨੇ ਕਿਸੇ ਨੂੰ ਮਾਰਿਆ ਵੀ ਹੈ ਜਾਂ ਮਰਡਰ ਕੀਤੇ ਦਾ ਵੀ ਉਹਦੇ 'ਤੇ ਕੇਸ ਚੱਲ ਰਿਹਾ, ਉਹ ਮਤਲਬ ਬਾਦਲ ਪਾਰਟੀ ਦਾ। ਔਰ ਉਹਦੇ ਨਾਲ ਹੀ ਉਹ ਜਿਸ ਮੁੰਡੇ ਨੇ ਝੰਡਾ ਉੱਤੇ ਚੜਾਇਆ ਨਿਸ਼ਾਨ ਸਾਹਿਬ ਦਾ, ਉਹ ਝੰਡਾ ਕੀ ਉਹਦਾ ਨਾਂ ਸੀਗਾ, ਯੁਵਰਾਜ ਸਿੰਘ, ਗੁਰਦਾਸਪੁਰ ਜ਼ਿਲ੍ਹੇ ਦਾ, ਪਿੰਡ ਵੀ ਦੱਸਿਆ ਕਰੇ ਤਰਨਤਾਰਨ ਕਿੱਥੇ ਦਾ। ਔਰ ਉਸ ਦੇ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਾਡੇ ਵਿੱਚ ਇੱਕ ਘਾਟਾ ਆ ਵੀ ਅਸੀਂ ਕੋਈ ਮਾੜਾ ਕੰਮ ਵੀ ਕਰਦਾ ਨਾ ਉਹਨੂੰ ਕਹਿੰਦੇ ਵੀ ਬਹੁਤ ਵੱਡਾ ਕੰਮ ਕੀਤਾ। ਔਰ ਟੈਲੀਵਿਜ਼ਨ ਵਾਲੇ ਦੱਸਦੇ ਸੀ ਕਿ ਉਹਦੇ ਘਰ ਦੇ ਵਿੱਚ ਘਰਦਿਆਂ ਨੂੰ ਵਧਾਈਆਂ ਮਿਲ ਰਹੀਆਂ ਕਿ ਤੁਹਾਡੇ ਘਰ ਦੇ ਵਿੱਚ ਇੱਕ ਇਹੋ ਜਿਹਾ ਚੰਦ ਪੈਦਾ ਹੋਇਆ, ਚੰਦ ਚੜ੍ਹਨ ਵਾਲਾ, ਜਿਹਨੇ ਦਿੱਲੀ ਦੀ ਹਿੱਕ ਦੇ ਉੱਤੇ ਝੰਡਾ ਲਾ ਦਿੱਤਾ। ਦਿੱਲੀ ਦੀ ਹਿੱਕ ਕਿਹੜੀ ਆ, ਉਹ ਭਾਰਤ ਦੀ ਹਿੱਕ ਦੇ ਉੱਤੇ ਝੰਡਾ ਲਾ ਦਿੱਤਾ। ਔਰ ਹੁਣ ਇਹ ਆ ਕਿ ਜਿਹੜੇ ਪੁਲਿਸ ਫੜਨ ਗਈ, ਮਾਪੇ ਵੀ ਲਾਂਭੇ ਆ ਤੇ ਉਹ ਆਪ ਵੀ ਲਾਂਭੇ ਆ। ਸੋ ਇਹ ਜਿਹੜਾ ਨਾ ਕੋਈ ਮਾੜੀ ਗੱਲ ਨੂੰ ਕਹਿੰਦੇ ਆ ਗਲੋਰੀਫਾਈ ਕਰਨਾ, ਉਹ ਵੀ ਗਲਤ ਹੈਗਾ। ਅੱਛਾ, ਉਹਦੇ ਨਾਲ ਦੇਖੋ ਹੁਣ ਆਪਾਂ ਥੋੜ੍ਹਾ ਜਿਹਾ ਇਸ ਗੱਲ ਵੱਲ ਜਾਂਦੇ ਕਿਉਂਕਿ ਟਾਈਮ ਬੜਾ ਥੋੜ੍ਹਾ ਰਹਿੰਦਾ ਜਾ ਰਿਹਾ ਵੀ ਇਹਦਾ ਅਸਰ ਕੀ ਹੋਇਆ। ਦੇਖੋ ਪਹਿਲਾਂ ਅਸਰ ਤੋਂ ਪਹਿਲਾਂ ਤਾਂ ਇਹ ਆ ਕਿ ਜਦੋਂ ਇਹ 26 ਜਨਵਰੀ ਰਾਸ਼ਟਰੀ ਗਣਤੰਤਰ ਦਿਵਸ ਆ, ਔਰ ਉਸ ਦਿਨ ਤੇ ਦਿੱਲੀ ਵਿੱਚ ਜਨਰਲੀ ਇੰਨੀ ਆਰਮੀ ਹੁੰਦੀ ਹੈ, ਇੰਨੀ ਪੁਲਿਸ ਹੁੰਦੀ ਹੈ ਕਿ ਉੱਥੇ ਪੰਛੀ ਵੀ ਜਿਹੜਾ ਪਰ ਨਹੀਂ ਮਾਰ ਸਕਦਾ। ਬਿਲਕੁਲ ਬਿਲਕੁਲ ਹਾਂਜੀ। ਲਾਲ ਕਿਲ੍ਹਾ ਇੱਕ ਇਹੋ ਜਿਹੀ ਮਤਲਬ ਚੀਜ਼ ਹੈਗੀ ਆ, ਸ਼ਾਨ ਆ ਭਾਰਤ ਦੀ, ਕਿ ਜਿੱਥੇ ਝੰਡਾ ਝੁਲਾਇਆ ਜਾਂਦਾ, ਉੱਥੇ ਜਿੱਥੇ ਸਾਰਾ ਕੁਛ ਕੀਤਾ ਜਾਂਦਾ ਹੈਗਾ। ਆਜ਼ਾਦੀ ਵਾਲੇ ਦਿਨ 15 ਅਗਸਤ ਨੂੰ ਉੱਥੇ ਝੰਡਾ ਝੁਲਾਇਆ ਜਾਂਦਾ ਹੈਗਾ ਜੀ। ਮਤਲਬ ਉੱਥੇ ਕੋਈ ਆ ਨਹੀਂ ਸਕਦਾ। ਔਰ ਖਾਸ ਕਰਕੇ 26 ਜਨਵਰੀ ਤੇ ਵਾਲੇ ਦਿਨ ਤਾਂ ਉੱਥੇ ਬਹੁਤ ਸਾਰੀ ਪਹਿਰਾ ਹੁੰਦਾ, ਸਿਕਿਉਰਿਟੀ ਹੈ, ਬਹੁਤ ਸਿਕਿਉਰਿਟੀ ਹੁੰਦੀ ਹੈਗੀ। ਤੇ ਇੰਨੇ ਬੰਦੇ ਉੱਥੇ ਕਿੱਦਾਂ ਚਲੇ ਗਏ? ਔਰ ਜਦੋਂ ਪਤਾ ਵੀ ਉੱਧਰ ਨੂੰ ਵੱਧ ਰਿਹਾ, ਉਹਨੂੰ ਰਾਜ ਕਿਉਂ ਨਹੀਂ ਰੋਕਿਆ ਗਿਆ? ਬਿਲਕੁਲ, ਜਦੋਂ ਹਰਿਆਣੇ ਦੇ ਥਰੂ ਦਿੱਲੀ ਨੂੰ ਆ ਰਿਹਾ ਤਾਂ ਰਾਜ ਹੀ ਰੋਕਦੇ ਆ। ਤੁਸੀਂ ਇੰਨੀ ਮਤਲਬ ਪੁਲਿਸ ਹੈਗੀ ਆ, ਇਹ ਜਾਣ ਬੁੱਝ ਕੇ ਉਧਰ ਨੂੰ ਗਾਈਡ ਕੀਤਾ ਗਿਆ, ਗੁੰਮਰਾਹ ਕਰਕੇ ਉਧਰ ਭੇਜਿਆ ਗਿਆ, ਇਹਨਾਂ ਨੂੰ ਬਦਨਾਮ ਕਰਨ ਵਾਸਤੇ ਸਾਰੀ ਸਾਜ਼ਿਸ਼ ਕੀਤੀ ਗਈ ਹੈਗੀ ਆ। ਹੁਣ ਇਹ ਦਿੱਲੀ ਦੀ ਜਦੋਂ ਆਪਾਂ ਲਾਲ ਕਿਲ੍ਹੇ ਦੀ ਜਦੋਂ ਗੱਲ ਕਰਦੇ ਆ, 2018 ਦੇ ਵਿੱਚ ਲਾਲ ਕਿਲ੍ਹੇ ਨੂੰ ਇਹਨਾਂ ਨੇ ਮਤਲਬ ਲੀਜ਼ ਤੇ ਵੇਚ ਦਿੱਤਾ 5 ਸਾਲਾਂ ਵਾਸਤੇ, ਯੂ ਨੋ। ਔਰ ਹਾਲੇ ਕਿ ਐਡੀ ਵੱਡੀ ਮਤਲਬ ਚੀਜ਼ ਹੈਗੀ ਆ, ਧਰੋਹਰ ਭਾਰਤ ਦੀ ਸ਼ਾਨ ਆ, ਤੇ ਇਹਨੂੰ ਮਤਲਬ ਵੇਚ ਦਿੱਤਾ ਹੈਗਾ। ਔਰ ਹੁਣ ਦੇਖੋ ਵਰਤਦੇ ਹੈਗੇ ਆ ਬਦਨਾਮ ਕਰਨ ਵਾਸਤੇ, ਮੂਵਮੈਂਟ ਨੂੰ, ਇਹਨਾਂ ਨੂੰ ਡੀਫੇਮ ਕਰਨ ਵਾਸਤੇ। ਔਰ ਅੱਜ ਜਿਹੜੇ ਹੈਗੇ ਆ, ਅੱਜ 37
ਜਿਹੜੇ ਲੀਡਰ ਹੈਗੇ ਆ ਹਾਂ। ਉਹਨਾਂ ਦੇ ਉੱਤੇ FIR ਦਰਜ ਕਰ ਦਿੱਤੀ ਹੈਗੇ ਆ ਯੂ ਨੋ ਔਰ ਉਹਨਾਂ ਦੇ ਉੱਤੇ ਮਤਲਬ ਕੇਸ ਕੀਤੇ ਹੈਗੇ ਕੇਸ ਬਹੁਤ ਇਹਦੇ ਚੱਲਣੇ ਆ। ਦੇਖੋ ਕਰਦੇ ਹੈਗੇ ਆ। ਤੁਹਾਡੀ ਗੱਲ ਤੋਂ ਮੈਂ ਕਿਲੇ ਦੀ ਗੱਲ ਤੋਂ ਕਰਦਾ ਵੀ ਉੱਥੇ 2 ਮਿੰਟ ਨਹੀਂ ਹਾਂਜੀ ਮੇਰਾ ਖਿਆਲ ਘੱਟੋ ਘੱਟ ਅੱਧਾ ਪੌਣਾ ਘੰਟਾ ਉੱਥੇ ਖੱਪ ਪਈ ਆ ਜੀ ਔਰ ਉਸ ਦੌਰਾਨ 'ਚ ਮਿਲਟਰੀ ਹੋਰ ਆ ਸਕਦੀ ਸੀ। ਉਹ ਤਾਂ ਕਾਫੀ ਸਾਰੀ ਦਿਹਾੜੀ ਉੱਥੇ ਰਹੇ ਜਦੋਂ ਝੰਡੇ ਚੜਾਏ ਆ ਉਦੋਂ ਕਿਸੇ ਨੇ ਨਹੀਂ ਰੋਕਿਆ ਉਹ ਬੰਦਾ ਥੱਲੇ ਜਾਂਦਾ ਉੱਪਰ ਜਾਂਦਾ ਤਿੰਨੀ ਚੌਥੇ ਉਸ ਸਾਰੇ ਜਾਂਦੇ ਹੈਗੇ 400 ਬੰਦਾ ਪੁਲਿਸ ਦਾ ਕੋਈ ਚਿਹਰਾ ਲਾ ਕੇ ਬੈਠਾ ਉਹ ਕਹੇ ਨੇ ਸਮਝ ਨਹੀਂ ਪਈ ਬਿਲਕੁਲ ਪਰ ਗੱਲ ਇਹ ਹੈਗੀ ਆ ਦੇਖੋ ਤੁਸੀਂ ਕਹਿੰਦੇ ਹੈਗੇ ਆ ਇਹ ਵੀ ਦੇਖਿਆ ਕਿ ਟਰੈਕਟਰ ਦੌੜਾਏ ਪੁਲਿਸ ਦੇ ਮਗਰ ਉੱਥੇ 2 ਟਰੈਕਟਰ ਸੀ ਪੁਲਿਸ ਦੇ ਜਿਹੜੇ ਪੁਲਿਸ ਦੇ ਵਿੱਚ ਦੌੜਦੇ ਸੀ ਬਾਕੀ ਕੋਈ ਨਹੀਂ ਸੀ ਸਿਰਫ 2 ਟਰੈਕਟਰ ਸੀਗੇ ਜਿਹੜੇ ਪੁਲਿਸ ਦੇ ਮਗਰ ਦੌੜਾਏ ਜਾਂਦੇ ਆ ਉਹ ਵੀ ਗਲਤ ਉਹ ਰੈਕਗਨਾਈਜ਼ ਕਰਨਾ ਚਾਹੀਦਾ 2 ਬੰਦੇ ਕਿਹਦੇ ਸੀਗੇ ਔਰ ਫਿਰ ਨੰਗੀਆਂ ਕਿਰਪਾਨਾਂ ਦਾ ਉੱਥੇ ਗੱਤਕਾ ਖੇਲਿਆ ਜਾ ਰਿਹਾ ਹਾਂਜੀ ਇਹ ਵੀ ਗਲਤ ਸੀਗਾ ਔਰ ਗੱਲ ਹੈ ਕਿ ਪੁਲਿਸ ਕੀ ਕਰਦੀ ਸੀ ਉੱਥੇ ਸਿਕਿਉਰਿਟੀ ਕੀ ਕਰਦੀ ਸੀ ਦੇਖੋ ਉਹ ਸਿਕਿਉਰਿਟੀ ਮੈਂ ਇਹੋ ਗੱਲ ਕਰਨ ਲੱਗਾ ਭਈ ਉੱਥੇ ਸਿਕਿਉਰਿਟੀ ਵੀ ਪੂਰੀ ਹੈ ਨਹੀਂ ਸੀ ਉੱਥੇ ਲੀਡਰਸ਼ਿਪ ਵੀ ਹੈ ਨਹੀਂ ਸੀ ਜਾਂ ਤਾਂ ਲੀਡਰਸ਼ਿਪ ਹੀ ਮੋਹਰੇ ਖੜੇ ਹੋ ਕੇ ਕਹਿ ਦਿੰਦੇ ਨਹੀਂ ਲੀਡਰਸ਼ਿਪ ਤਾਂ ਆਪਣੇ ਰੂਟ ਤੇ ਸੀ ਹਾਂ ਠੀਕ ਹੈ ਉੱਥੇ ਆ ਜਾਂਦੀ ਉਹ ਉਹਨਾਂ ਦੇ ਨਾਲ ਸੀ ਨਹੀਂ ਲੀਡਰਸ਼ਿਪ ਤਾਂ ਦੇਖੋ 5 ਰੂਟ ਸੀਗੇ ਦਿੱਤੇ ਉਹ ਉਧਰ ਸੀਗੇ ਇਹ ਬੰਦੇ ਤਾਂ ਜੁਦੇ ਉਹਨਾਂ ਨੂੰ ਮਤਲਬ ਲੈ ਕੇ ਆ ਗਿਆ ਇੱਧਰ ਯੂ ਨੋ ਸੋ ਇਹ ਹੁਣ ਦੇਖੋ ਭਾਈ ਗੱਲ ਇਹ ਆ ਕਿ ਉੱਥੇ ਪੁਲਿਸ ਨੇ ਰੋਕਿਆ 2 ਲੱਖ ਤੋਂ ਜ਼ਿਆਦਾ ਟਰੈਕਟਰ ਦਿੱਲੀ ਦੇ ਵਿੱਚ ਸੀ 2 ਲੱਖ ਤੋਂ ਜ਼ਿਆਦਾ ਟਰੈਕਟਰ ਉਹਦੇ ਹਿਸਾਬ ਨਾਲ ਤੁਸੀਂ ਬੰਦੇ ਕਾਊਂਟ ਕਰੋ ਕਿੰਨੇ ਹੋਰ ਹੋ ਸਕਦੇ ਆ ਕੋਈ 10 ਲੱਖ ਬੰਦਾ ਹੋ ਕਿਤੇ ਵੀ ਸਾਰੀ ਪੂਰੀ ਦਿੱਲੀ ਨੇ ਉਹਨਾਂ ਦਾ ਸਵਾਗਤ ਕੀਤਾ ਫੁੱਲ ਦਿੱਤੇ ਉਹਨਾਂ ਨੂੰ ਖਾਣ ਨੂੰ ਵੀ ਦਿੱਤਾ ਪਾਣੀ ਪੀਣ ਨੂੰ ਵੀ ਦਿੱਤਾ ਉਹਨਾਂ ਦੀ ਲੁੱਕ ਆਫਟਰ ਕੀਤੀ ਉਹਨਾਂ ਦਾ ਵੈਲਕਮ ਕੀਤਾ ਔਰ ਕਿਸੇ ਵੀ ਇੰਨੇ ਲੱਖਾਂ ਦੇ ਹਿਸਾਬ ਨਾਲ ਲੋਕ ਉੱਥੇ ਮਤਲਬ ਉਸ ਦਿਨ ਤੇ ਉਹਨੇ ਮਾਰਚ ਕੀਤਾ ਹੈਗਾ ਕਿਤੇ ਵੀ ਕੋਈ ਸ਼ਰਾਰਤ ਨਹੀਂ ਹੋਈ ਕੋਈ ਨੁਕਸਾਨ ਨਹੀਂ ਹੈ ਕਿਸੇ ਦਾ ਕੋਈ ਵਿੰਡੋ ਨਹੀਂ ਭੱਜਾ ਕਿਸੇ ਦਾ ਕੋਈ ਫੋਲਨ ਨਹੀਂ ਟੁੱਟਾ ਕਿਸੇ ਦੀ ਕੋਈ ਗੱਡੀ ਦਾ ਨੁਕਸਾਨ ਨਹੀਂ ਹੋਇਆ ਹੈਗਾ ਕਿਸੇ ਦੀ ਕੋਈ ਲੜਕੀ ਨੂੰ ਮਤਲਬ ਮੰਦਾ ਚੰਗਾ ਨਹੀਂ ਬੋਲਿਆ ਗਿਆ ਬਿਲਕੁਲ ਦੇਖੋ ਕਿੰਨਾ ਸ਼ਾਂਤਮਈ ਤਰੀਕੇ ਨਾਲ 2 ਮਹੀਨੇ ਹੋ ਗਿਆ ਸ਼ਾਂਤਮਈ ਤਰੀਕੇ ਨਾਲ ਉਹ ਬੈਠ ਕੇ ਆਪਣਾ ਧਰਨਾ ਕਰਦੇ ਹੈਗੇ ਸਿਰਫ ਔਰ ਸਿਰਫ ਗਵਰਨਮੈਂਟ ਇਹਨਾਂ ਨੂੰ ਬਦਨਾਮ ਕਰਨ ਵਾਸਤੇ ਇਹ ਝੰਡੇ ਚਲਾਏ ਹੈਗੇ ਆ ਔਰ ਇਹਦੀ ਨਿੰਦਾ ਹੋਣੀ ਚਾਹੀਦੀ ਗਵਰਨਮੈਂਟ ਨੇ ਆਪ ਕਰਵਾਇਆ ਜਦੋਂ ਕਹਿੰਦੇ ਪੁਲਵਾਮਾ ਵਰਗਾ ਕਰ ਦਿੰਦੇ ਹੈਗੇ ਐਕਸ਼ਨ ਕਰ ਦਿੰਦੇ ਹੈਗੇ ਆ ਔਰ ਉਹਦੇ ਨਾਲ ਤੇ ਵੋਟਾਂ ਇਲੈਕਸ਼ਨ ਜਿੱਤਦੇ ਹੈਗੇ ਆ ਮਤਲਬ ਇਹਨਾਂ ਦਾ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਜਿਹੜੀ ਗਵਰਨਮੈਂਟ ਹੈਗੀਆਂ ਜਿਹੜਾ ਪੁਲਿਸ ਦਾ ਦਿੱਲੀ ਦਾ ਕਮਿਸ਼ਨਰ ਹੈ ਨਾ ਉਹਨੇ ਰਿਪੋਰਟ ਜਿਹੜੀ ਦਿੱਤੀ ਆ ਉਹਦੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਹਵਾਲਾ ਦੇ ਦਿਆਂ ਉਹਨਾਂ ਨੇ ਕਿਹਾ ਵੀ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਸ਼ਰਤਾਂ ਦੇ ਮੁਤਾਬਕ ਇਹਨਾਂ ਨੇ ਅਮਲ ਨਹੀਂ ਕੀਤਾ ਜਿਹੜਾ ਰੂਟ ਇਹਨਾਂ ਨੂੰ ਦਿੱਤਾ ਸੀ ਇਹ ਹੋਰ ਰੂਟ ਚਲੇ ਗਏ ਹਾਂਜੀ ਹੈਲੋ ਜੀ ਜੈ ਗੁਰਦੇਵ ਜੈ ਪੀ ਕੌਣ ਤੇ ਕਿੱਥੋਂ ਸਾਹਿਬ ਜੀ ਜੈ ਗੁਰਦੇਵ ਜੀ ਅਸੀਂ ਇੱਥੋਂ ਲੀਡਸ ਤੋਂ ਬੋਲਦੇ ਹਾਂ ਜੀ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਆ ਜਿਹੜਾ ਤੁਸੀਂ ਟੌਪਿਕ ਰੱਖਿਆ ਆ ਰੋਜ਼ ਇਹੀ ਹੁੰਦਾ ਆ ਇਹਦੇ ਬਾਰੇ ਗੱਲ ਕਰਨਾ ਚਾਹੁੰਦੇ ਆ ਜੀ ਤੇ ਤੁਸੀਂ ਮੇਰਾ ਖਿਆਲ ਕਿ ਇਹਨਾਂ ਦੇ ਉੱਪਰ ਇੰਨਾ ਟਾਈਮ ਨਾ ਵੇਸਟ ਕਰੋ ਇਹ ਲੋਕ ਮੰਨਣ ਵਾਲੇ ਨਹੀਂ ਹੈਗੇ ਕਿਉਂਕਿ ਇਹਨਾਂ ਨੇ ਗੱਲ ਕਰਕੇ ਦੂਸਰੇ ਬੰਦੇ ਦੇ ਉੱਪਰ ਬਲੇਮ ਦੇ ਦੇਣਾ ਜੀ ਜਿੰਨੀਆਂ ਵੀ ਮਰਜ਼ੀ ਤੁਸੀਂ ਇਹਨਾਂ ਦੀਆਂ ਸਾਈਡਾਂ ਲਈ ਜਾਓ ਨਾ ਇਹ ਕਿਸੇ ਦੀ ਗੱਲ ਦੀ ਮੰਨਣ ਵਾਲੇ ਨਹੀਂ ਲੋਕ ਹੈਗੇ ਅਗਰ ਇਹਨਾਂ ਨੇ ਜੇ ਇਹ ਚੀਜ਼ਾਂ ਪਹਿਲੋਂ ਕੀਤੀਆਂ ਸੀ ਜੇ ਅਸੀਂ 12 ਵਜੇ ਉੱਥੋਂ ਚੱਲਣਾ ਫੇਰ ਸਵੇਰੇ ਬੈਰੀਗੇਡ ਤੋੜ ਕੇ ਕਿਉਂ ਨੱਠੇ ਉੱਥੇ ਜੀ ਇਹਨਾਂ ਨੂੰ ਨਹੀਂ ਜਾਣ ਜਿਹੜੀ ਸੱਚ ਗੱਲ ਆ ਉਹ ਸੱਚ ਆ ਜੀ ਅਸੀਂ ਕਹਿੰਦੇ ਆ ਕਿ ਮੋਦੀ ਰੋਂਗ ਆ ਉਹ ਆਪਣੀ ਜਗ੍ਹਾ ਆ ਜੈ ਹਾਂਜੀ ਫੇਰ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਕੋਈ ਹੋਰ ਦਿਨ ਚੁਣੋ ਜੀ ਕਿ ਤੁਸੀਂ ਜਿਹੜਾ 26 ਜਨਵਰੀ ਉਹ ਨਾ ਲਓ ਇਹਨਾਂ ਨੇ ਜਾਣ ਬੁੱਝ ਕੇ ਉਹ ਕੰਮ ਕੀਤਾ ਜੀ ਫਿਰ ਇੰਡੀਆ 'ਚ ਪੰਜਾਬ 'ਚ ਜਿੰਨੇ ਵੀ ਟਰੈਕਟਰ ਬਣਾਉਂਦੇ ਸੀ ਸਾਰੇ ਸਿੰਘ ਕਹਿੰਦੇ ਸੀ ਕਿ ਅਸੀਂ ਤੋੜ ਕੇ ਦਿੱਲੀ ਦੇ ਵਿੱਚ ਵੜਨਾ ਹੁਣ ਕਿਉਂ ਇਹ ਮੁੱਕਰਦੇ ਆ ਸਾਰੇ ਇਹਨਾਂ ਦੀ ਜ਼ੁਬਾਨ ਇੱਕ ਹੈ ਹੀ ਨਹੀਂ ਇਹਨਾਂ ਦੀ ਜ਼ੁਬਾਨ ਕਿਉਂਕਿ ਜਿਹੜੀ ਵੀ ਗੱਲ ਕਰਨੀ ਚਾਹੀਦੀ ਸੱਚ ਆ ਰੱਬ ਨੂੰ ਜਾਣ ਦੇਣੀ ਆ ਬਿਲਕੁਲ ਇਹ ਅੱਧੇ ਬੰਦੇ ਕਹਿੰਦੇ ਆ ਕਿ ਦੀਪ ਸਿੱਧੂ ਠੀਕ ਆ ਅਸੀਂ ਉਹ ਨਿਸ਼ਾਨ ਸਾਹਿਬ ਲਾਤਾ ਉਹ ਗੁਰਦੁਆਰਾ ਸੀ ਜੇ ਤੇ ਇਹਨਾਂ ਨਿਸ਼ਾਨ ਸਾਹਿਬ ਲਾਇਆ ਜਾ ਕੇ ਕੋਈ ਵੀ ਲਾਤਾ ਇਹ ਜ਼ਿਆਦਾ ਮਰਦਾਊਗਾ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਕਰ ਸਕਦੇ ਆ ਜੀ ਬਾਕੀ ਲੋਕਾਂ 'ਚ ਜਾਣ ਨਹੀਂ ਇਹਨਾਂ ਦੇ 2 ਬੰਦੇ ਚਾਈਨਾ ਦੇ ਬਾਰਡਰ ਤੇ ਮਰੇ ਉਹਦਾ ਗਾਣਾ ਗਾਈ ਜਾਂਦੇ ਆ ਕਿ ਸਾਡੇ ਬੰਦੇ ਮਰੇ ਸਾਡੇ 18 ਬੰਦੇ ਨਾਲ ਮਰੇ ਉਹਨਾਂ ਦਾ ਨਾਂ ਨਹੀਂ ਲੈਂਦੇ ਬਿਲਕੁਲ ਲੈਣਾ ਚਾਹੀਦਾ ਨਾ ਉਹਨਾਂ ਦਾ ਨਾਂ ਬਿਲਕੁਲ ਫਿਰ ਉਹ
ਕਸ਼ਮੀਰ ਦੇ ਵਿੱਚ ਪੂਰੀ ਬੱਸ ਉਡਾਈ, ਉਹ 'ਚ ਪਤਾ ਨਹੀਂ ਇਹਨਾਂ ਦਾ ਇੱਕ ਸਿੰਘ ਸੀ ਜਾਂ ਅੱਧਾ, ਉਹਦੇ ਵਿੱਚ ਇਹ ਕਹਿੰਦੇ ਜੀ ਸਾਡੇ ਬੰਦੇ ਮਰ ਗਏ। ਜਿੱਥੇ ਵੀ ਗੱਲ ਆ ਇਹ ਸਾਰੀ ਆਪਣੀ ਗੱਲ ਇਹ ਲੈਂਦੇ ਆ ਜੀ। ਦੂਸਰੇ ਬੰਦੇ ਫੇ ਇਹ ਬੋਲਦੇ ਆ ਕਿ ਅਸੀਂ ਅੰਨਦਾਤਾ ਆ। ਗੁਰੂ ਗ੍ਰੰਥ ਸਾਹਿਬ ਨੇ ਇਹਦੇ ਉੱਪਰ ਮੋਹਰ ਲਾਈ ਆ ਕਿ ਜਿਸ ਨੇ ਦਿਆ ਜਿਓ ਸੋਹੀ ਰਿਜ ਕਮਰਾਵੇ ਜੀ, ਸਭ ਘੱਟ ਭੀਤਰ ਹੱਥ ਚਲਾਵੇ। ਇਹ ਰੋਜ਼ ਪਾਠ ਪੜ੍ਹਦੇ ਆ, 12 ਮਹੀਨੇ ਇਹਨਾਂ ਦੇ ਚੈਨਲਾਂ ਦੇ ਉੱਪਰ ਚੱਲਦੇ ਆ। ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਦੇਣ ਵਾਲਾ ਪਰਮਾਤਮਾ ਆ ਜੀ। ਜੇ ਐਡੇ ਰਿਜ਼ਕ ਦੇਣ ਵਾਲੇ ਸੀ ਤਾਂ ਉਦੋਂ ਲੋਕੀ ਭੁੱਖੇ ਰੋਡਾਂ ਦੇ ਉੱਤੇ ਮਰ ਗਏ, ਉਦੋਂ ਇਹ ਕਿੱਥੇ ਗਏ ਸੀ? ਥੈਂਕ ਯੂ ਭੈਣ ਜੀ। ਦੇਖੋ ਪਿਆਰੇ ਦਰਸ਼ਕੋ, ਉਹਨਾਂ ਦਾ ਕਿਸਾਨਾਂ ਦਾ ਇੱਕ ਲੀਡਰ ਗੁਰਨਾਮ ਸਿੰਘ, ਹਾਂਜੀ, ਉਹਨੇ ਭੈਣ ਜੀ ਇੱਕ ਬਿਆਨ ਦਿੱਤਾ। ਉਹਨੇ ਕਿਹਾ ਕਿ ਗੁਦਾਰਾਂ ਨੇ ਸਾਨੂੰ ਬਦਨਾਮ ਕੀਤਾ। ਇਹ ਦੂਸਰੇ ਤੇ ਹੀ ਬਲੇਮ ਲਾਉਂਦੇ ਆ ਜੀ। ਹਾਂਜੀ, ਇਹ ਦੂਸਰੇ ਤੇ ਬਲੇਮ, ਇਨੀ ਗਲਤ ਕੰਮ ਕਰਕੇ ਬਲੇਮ ਹੀ ਦੂਜੇ ਤੇ ਦੇਣਾ। ਹਾਂਜੀ ਹਾਂਜੀ, ਇਹ ਇਹਨਾਂ ਦੀ ਫਿਤਰਤ ਆ, ਇਹਨਾਂ ਲੋਕਾਂ ਦੀ। ਹਾਂਜੀ ਹਾਂਜੀ, ਇਹਨਾਂ ਦੀਆਂ ਔਰਤਾਂ ਦੇਖ ਲਓ, ਇਹ ਬੰਦੇ ਦੇਖ ਲਓ, ਇਹਨਾਂ ਦਾ ਕੰਮ ਹੀ ਇਹ ਆ। ਤੁਸੀਂ ਜਿੰਨਾ ਮਰਜ਼ੀ ਇਹਨਾਂ ਦੇ ਵਿੱਚ ਜਾ ਕੇ ਦੇਖ ਲਓ, ਇਹਨਾਂ ਨੇ ਬਦਨਾਮ ਕਰ ਦੇਣਾ। ਥੈਂਕ ਯੂ ਭੈਣ ਜੀ। ਓਕੇ ਜੀ, ਓਕੇ, ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਸੀ। ਥੈਂਕ ਯੂ, ਥੈਂਕ ਯੂ। ਕਈ ਗੱਲਾਂ, ਕਈ ਸਵਾਲ ਪੈਦਾ ਹੁੰਦੇ, ਬਹੁਤ ਸਵਾਲ ਪੈਦਾ ਜਦੋਂ ਅਸੀਂ ਕਹਿੰਦੇ ਕਿ ਇਹ ਸਾਡੇ ਨਾਲ ਇਦਾਂ ਕਰਦੇ ਹੈਗੇ, ਜਿਹੜੇ ਕਿ ਸੱਚਾਈ ਆ, ਪਿੰਡਾਂ ਦੀ ਹਕੀਕਤ ਆ ਇਹ ਕਿ ਸਾਡੇ ਲੋਕਾਂ ਨਾਲ ਜਿਹੜਾ ਹੈਗਾ ਮਤਲਬ ਵਧੀਕੀਆਂ ਵੀ ਹੁੰਦੀਆਂ ਆ। ਹਾਂਜੀ ਹਾਂ, ਔਰ ਇਹ ਹੁਣ ਦੀਆਂ ਨਹੀਂ, ਕਾਫੀ ਚ ਮਤਲਬ ਸਹਿਣ ਕੀਤੀਆਂ, ਪਰ ਸਮੇਂ ਬਦਲਣ ਨਾਲ ਥੋੜਾ ਬਦਲ ਵੀ ਰਿਹਾ। ਪਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਜੇ ਹੁਣ ਆਪਣੇ ਤੁਗਲਕਾਬਾਦ ਦੀ ਆਪਾਂ ਗੱਲ ਕਰਦੇ ਹੈਗੇ, ਆਪਣੇ ਗੁਰੂ ਘਰ ਢਾਇਆ ਗਿਆ ਹੈਗਾ ਹਨਾ, ਉਦੋਂ ਸਾਡੇ ਨਾਲ ਕੋਈ ਨਹੀਂ ਖੜਦਾ। ਬਿਲਕੁਲ, ਮਤਲਬ ਇਹ ਸਾਨੂੰ ਇਤਰਾਜ਼ ਆ, ਸਾਰਿਆਂ ਨਾਲ, ਸਾਰਿਆਂ ਨੂੰ ਇਤਰਾਜ਼ ਆ। ਕੱਲੇ ਕੱਲੇ ਅਸੀਂ ਕੁੱਟ ਖਾਂਦੇ ਆ। ਬਿਲਕੁਲ। ਤੇ ਪਰ ਗੱਲ ਇਹ ਕਿ ਦੂਸਰੇ ਪਾਸੇ ਸਾਡਾ ਇੱਕ ਸਵਾਲ ਹੋਰ ਵੀ ਆ ਜਿਹੜਾ ਜਿੱਤੇ ਪਹਿਰਾ ਦੇਣਾ ਚਾਹੀਦਾ। ਜਿਹੜੇ ਜਿਨ੍ਹਾਂ ਨੇ ਤੋੜਿਆ ਉਹ ਕੌਣ ਆ? ਜਿਨ੍ਹਾਂ ਨੇ ਤੋੜਿਆ ਉਹਨਾਂ ਬਾਰੇ ਸਾਡਾ ਕੀ ਰਵੱਈਆ ਹੈਗਾ? ਉਹਨਾਂ ਨੂੰ ਕਿੱਦਾਂ ਖਤਮ ਕੀਤਾ ਜਾ ਸਕਦਾ? ਜੇ ਪੰਜਾਬ 'ਚ ਸਾਡੇ ਤੇ ਕੋਈ ਵਧੀਕੀ ਕਰਦਾ ਹੈਗਾ ਜਾਂ ਦੂਜੀਆਂ ਸਟੇਟਾਂ ਵਿੱਚ ਵੀ ਸਾਡੇ ਲੋਕਾਂ ਤੇ ਵਧੀਕੀਆਂ ਕਰਦੇ ਹੈਗੇ ਆ। ਕੋਲ ਲੈ ਲਈਏ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਜੈ ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ। ਹੈਲੋ ਹੈਲੋ ਭੈਣ ਜੀ, ਕੌਣ ਬੋਲਦੇ? ਹਾਂਜੀ, ਮੈਂ ਮੇਰਚੰਦ ਜੱਸੜ ਬੋਲਦਾ ਜੀ। ਕੀ ਕਹਿਣਾ ਭੈਣ ਜੀ? ਗਲਾਸਗੋ ਤੋਂ। ਹਾਂਜੀ ਹਾਂ, ਮੈਂ ਥੋੜਾ ਉੱਚਾ ਬੋਲਿਓ। ਹੈਲੋ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਜੀ, ਜਿਹੜਾ ਤੁਸੀਂ ਆ ਮੁੱਦਾ ਰੱਖਿਆ, ਮੈਂ ਇਹਦੇ ਬਾਰੇ ਗੱਲ ਕਰਨੀ ਚਾਹੁੰਦਾ। ਹਾਂਜੀ ਬੋਲੋ। ਕੀ ਗੱਲ ਆ? ਟੈਲੀਵਿਜ਼ਨ ਦੀ ਆਵਾਜ਼ ਬੰਦ ਕਰਿਓ ਭੈਣ ਜੀ। ਹਾਂਜੀ, ਦੂਏ ਕਮਰੇ ਚਲੇ ਜਾਓ। ਬੰਦ ਆ, ਠੀਕ ਆ। ਹਾਂਜੀ, ਮੇਰਚੰਦ ਜੀ, ਜੱਸਲ ਜੀ, ਮੈਂ ਕਿਹਾ ਆਵਾਜ਼ ਨਹੀਂ ਆ ਰਹੀ ਤੁਹਾਡੀ? ਹਾਂਜੀ, ਆ ਰਹੀ ਹੈ ਕਿ ਨਹੀਂ ਹੁਣ? ਛੇਤੀ ਬੋਲਿਓ, 1 ਮਿੰਟ ਦਾ ਤੁਹਾਡਾ। ਮੈਂ ਇਹ ਕਹਿਣੀ ਚਾਹੁੰਦਾ ਕਿ ਜੋ ਵੀ ਕੱਲ ਹੈਪਨ ਹੋਇਆ ਉਹਦੇ ਵਿੱਚ ਸਾਫ਼ ਜ਼ਾਹਰ ਹੋ ਰਿਹਾ ਆ, ਜੋ ਵੀ ਬਾਅਦ ਦੇ ਵਿੱਚ ਜੋ ਖਬਰਾਂ ਆ ਰਹੀਆਂ ਜੀ, ਖਬਰਾਂ ਇਹੀ ਆ ਰਹੀਆਂ। ਮੇਰਾ ਖਿਆਲ ਜ਼ਿਆਦਾ ਨਹੀਂ ਤੁਸੀਂ ਦੇਖਿਆ ਸਾਰੇ ਚੈਨਲਾਂ ਤੋਂ। ਗੱਲ ਇਹ ਹੋਈ ਆ ਕਿ ਜੋ ਵੀ ਫੈਸਲਾ ਹੋਇਆ ਸੀਗਾ ਉਸ ਫੈਸਲੇ ਮੁਤਾਬਕ ਕਿਸਾਨ ਗਏ ਆ ਜੀ। ਉਹ ਜਿਹੜਾ ਨਾਕਾ ਮੂਹਰੇ ਲੱਗਾ ਸੀਗਾ ਉਹ ਸਾਰਾ ਪ੍ਰੋਗਰਾਮ ਸੈੱਟ ਕੀਤਾ ਸੀ ਸਰਕਾਰ ਨੇ। ਹਾਂਜੀ, ਪੁਲਿਸ ਵਾਲੇ ਸੀਗੇ, ਉਹਨਾਂ ਨੇ ਮੋੜ ਦਿੱਤੇ। ਪਹਿਲਾਂ ਜਿਹੜੇ ਗਏ 8 ਵਜੇ ਦੇ ਜਿਨ੍ਹਾਂ ਨੇ ਇਹ ਕੰਮ ਕਰਨਾ ਸੀ ਉਹ 8 ਵਜੇ ਪਹੁੰਚ ਗਏ ਸੀਗੇ ਜੀ। ਉਹਨਾਂ ਨੇ ਸਾਰੀ ਸੈਟਅਪ ਕੀਤੀ ਸੀ, ਪੁਲਿਸ ਉਹਨਾਂ ਦੇ ਨਾਲ ਸੀਗੀ ਜੀ। ਇਹ ਗਵਰਨਮੈਂਟ ਨੇ ਕੋਈ ਬਹਾਨਾ ਨਹੀਂ ਸੀ ਮਿਲਦਾ ਕਿ ਅਸੀਂ ਐਕਸ਼ਨ ਕਿੱਦਾਂ ਲਈਏ। ਇਹ ਪੀਸਫੁਲੀ ਡੈਮੋਨਸਟ੍ਰੇਸ਼ਨ ਜਿਹੜਾ ਆ ਇਹ ਗਾਹਾਂ ਵਧੀ ਜਾ ਰਿਹਾ, ਵਰਲਡ ਵਾਈਡ ਹੋ ਰਿਹਾ ਆ। ਸਾਰੇ ਵਰਲਡ ਕੰਟਰੀਆਂ ਤੋਂ ਪ੍ਰਾਈਮ ਮਿਨਿਸਟਰ ਵੀ ਦੱਸ ਰਹੇ ਆ ਉਹ ਆਪਣਾ ਇੱਜ਼ਤ ਬਚਾਉਣ ਲਈ ਔਰ ਇਸ ਮੋਰਚੇ ਨੂੰ ਖੇਰੂ ਕਰਨ ਲਈ ਕੋਈ ਬਹਾਨਾ ਲੱਭਦੇ ਸੀ। ਬਿਲਕੁਲ, ਬਹਾਨਾ ਲੱਭਣ ਲਈ ਇਹ ਜੁੰਡਲੀ ਜਿਹੜੀ ਆ ਉਹਨਾਂ ਦੇ ਹੱਥ 'ਚ ਆ ਗਈ ਜੀ। ਪਲੱਸ $2.5 ਕਰੋੜ ਆਫਰ ਕੀਤਾ ਸੀਗਾ
ਕਿ ਜਿਹੜਾ ਉੱਥੇ ਫਲੈਗ ਲਾਊਗਾ ਅਮਰੀਕਾ ਵਾਲਿਆਂ ਨੇ। ਹੁਣ ਇਹਨਾਂ ਦੀ ਅਕਸਰ ਉਹਨਾਂ ਦੇ ਨਾਲ ਹੋਈ ਸੀ। ਫਿਰ ਉਹ ਇਹ ਜਿਹੜਾ ਗਰੁੱਪ ਸੀਗਾ ਪਹਿਲਾਂ ਹੀ ਆ ਗਿਆ ਸੀ ਤੇ ਇਹਨਾਂ ਨੇ ਪੁਲਿਸ ਦੇ ਨਾਲ ਸੈਟਅਪ ਸੀ ਕਿ ਉਹਨਾਂ ਨੇ ਆਉਣਾ, ਇੱਧਰ ਦੀ ਲੰਘਣ ਨਾ ਦਿਓ, ਜਿਹੜੇ ਵੀ ਆਉਣ ਇੱਧਰ ਰੈੱਡ ਫੋਰਟ ਵੱਲ ਆਉਣ, ਲਾਲ ਕਿਲੇ ਵੱਲ। ਉਹਨਾਂ ਨੂੰ ਪਤਾ ਲੱਗਾ ਵੀ ਕੋਈ ਚਾਲ ਹੋ ਰਹੀ ਆ, ਉਹਨਾਂ ਦਾ ਜਿਹੜਾ ਰੂਟ ਸੀਗਾ ਉਦੋਂ ਚਲੇ ਗਏ। ਹੁਣ ਇਹਨਾਂ ਨੇ ਜਿਹੜਾ ਕੰਮ ਕਰਨਾ ਸੀ ਉਹ ਕਰ ਦਿੱਤਾ। ਹੈਰਾਨਗੀ ਦੀ ਗੱਲ ਇਹ ਆ ਕਿ ਝੰਡਾ ਉਹ ਚਾੜਦੇ ਹੁੰਦੇ ਆ ਜਿਨ੍ਹਾਂ ਨੇ ਗਾਂ ਰਾਜ ਕਰਨਾ, ਜਿਨ੍ਹਾਂ ਨੇ ਅੱਜ ਦੀ ਸਰਕਾਰ ਦੇ ਦਫ਼ਤਰਾਂ 'ਚ ਬਹਿਣਾ ਸੀਗਾ। ਹੁਣ ਗੱਲ ਤਾਂ ਹੈਗੀ ਆ ਇਹ ਸਮਝਦੇ ਆ, ਸਾਰਾ ਜਹਾਨ ਸਮਝਦਾ ਕਿ ਜਿਹੜਾ ਅੰਮ੍ਰਿਤਸਰ ਦਾ ਗੋਲਡਨ ਟੈਂਪਲ ਤੇ ਹਮਲਾ ਕੀਤਾ ਸੀ ਉਹ ਜ਼ਖਮ ਕਦੀ ਮਿਟ ਨਹੀਂ ਸਕਦੇ, ਪਰ ਹੋਰ ਵੀ ਤਰੀਕੇ ਵੀ ਲੱਭ ਸਕਦੇ ਆ। ਪਰ ਆ ਜਿਹੜੀ ਮੂਵਮੈਂਟ ਸੀਗੀ ਇਹਦੇ ਨਾਲ ਸਾਰੇ ਹੀ ਸੀਗੇ, ਬਿਲਕੁਲ ਸਾਰਿਆਂ ਦਾ ਭੰਡੀ ਮਤਲਬ ਪ੍ਰਚਾਰ ਹੋ ਗਿਆ ਵੀ ਇਹ ਸਾਰੇ ਨਾਲ ਹੀ ਰਲੇ ਆ। ਇਹਦੇ ਵਿੱਚ ਇਹ ਦੀਦਾ ਨਜ਼ਰ ਆ ਰਿਹਾ ਕਿ ਗੌਰਮੈਂਟ ਨੇ ਇਹਨਾਂ ਨੂੰ ਵਰਤਿਆ, ਇਹ ਗੌਰਮੈਂਟ ਨੂੰ ਵਰਤ ਰਹੇ ਸੀਗੇ ਤੇ ਦੋਨਾਂ ਨੇ ਇੱਕ ਦੂਏ ਨੂੰ ਵਰਤ ਲਿਆ ਆ। ਪਰ ਅਫਸੋਸ ਦੀ ਗੱਲ ਇਹ ਹੈ ਕਿ ਮੋਰਚੇ ਦੀ ਜਿਹੜੀ ਮੂਵਮੈਂਟ ਸੀ ਉਹਨੂੰ ਕੁਛ ਡੈਂਟ ਲੱਗ ਗਿਆ, ਪਰ ਉਹ ਸਟਿਲ ਹਾਲੇ ਉਹਨਾਂ ਨੇ ਮੋਰਚਾ ਛੱਡਣਾ ਨਹੀਂ, ਗਾਹਾਂ ਵਧੀ ਜਾਣਾ। ਪਰ ਮੈਂ ਉਹਨਾਂ ਅੱਗੇ ਰਿਕੁਐਸਟ ਕਰਦਾ, ਬੇਨਤੀ ਕਰਦਾ, ਜਿਹੜਾ ਇਸ ਕੌਮ ਦਾ ਝੰਡਾ ਚੜਿਆ ਉਹ ਜ਼ਿਆਦਾ ਖੁਸ਼ੀਆਂ ਨਾ ਮਨਾਉਣ, ਕਿਉਂਕਿ ਜ਼ਿਆਦਾ ਪਿੰਨ ਪੁਆਇੰਟ ਆਪਣਾ ਧਿਆਨ ਮੋਰਚੇ ਵੱਲ ਰੱਖਣ। ਜਿੰਨਾ ਸ਼ਾਂਤੀਪੂਰਵਕ ਹੈ, ਸਰਕਾਰ ਪੈਰਾਂ 'ਚੋਂ ਹਿੱਲ ਚੁੱਕੀ ਆ, ਕੋਈ ਰਾਹ ਨਹੀਂ ਲੱਭਦਾ ਉਹਨਾਂ ਨੂੰ, ਆ ਬਹਾਨਾ ਮਿਲ ਗਿਆ ਕਰਕੇ ਉਹ ਆਪਣਾ ਐਕਸ਼ਨ ਲੈ ਰਹੇ ਆ। ਥੈਂਕ ਯੂ ਜੀ ਵਿਜੇ ਜੀ। ਟੈਕਨੀਸ਼ੀਅਨ ਜੀ ਹੁਣ ਕੋਲ ਨਾ ਲਿਓ, ਟਾਈਮ ਬਹੁਤ ਥੋੜਾ ਰਹਿ ਗਿਆ। ਮੈਂ ਗੱਲ ਕਰਦਾ ਸੀਗਾ ਕਿ ਜਿਹੜੀ ਸਾਡੇ ਲੋਕਾਂ ਨਾਲ ਵਧੀਕੀਆਂ ਹੁੰਦੀਆਂ ਉਹ ਇਸ ਕਰਕੇ ਹੁੰਦੀਆਂ ਕਿ ਪਿੱਛੇ ਜਿਹੜੀ ਗਵਰਨਮੈਂਟ ਹੈਗੀ ਸੈਂਟਰ ਵਿੱਚ ਵੀ ਹੈ ਜਾਂ ਸਟੇਟਾਂ ਵਿੱਚ ਵੀ ਆ, ਉਹ ਗਵਰਨਮੈਂਟ ਜਿਹੜੀ ਹੈਗੀ ਉਹ ਕਾਨੂੰਨ ਦਾ ਪਾਲਣ ਨਹੀਂ ਕਰਦੀ, ਉਹ ਕਾਨੂੰਨ ਨੂੰ ਲਾਗੂ ਨਹੀਂ ਕਰਦੀ ਸਹੀ। ਤੁਸੀਂ ਮੈਂ ਫੋਰ ਐਗਜ਼ਾਮਪਲ ਦਿੰਦਾ ਕਿ ਜਦੋਂ ਭੈਣ ਜੀ ਮਾਇਆਵਤੀ ਬਹੁਜਨ ਸਮਾਜ ਪਾਰਟੀ ਦੀ ਜਦੋਂ ਯੂਪੀ ਦੇ ਵਿੱਚ ਸਰਕਾਰ ਆਈ ਆ, ਉਦੋਂ ਵੀ ਤਾਂ ਗੁੰਡੇ ਬਦਮਾਸ਼ ਪਾਰਟੀਆਂ ਵੱਡੀਆਂ ਜਿਹੜੇ ਸੀਗੇ ਆਪਣੇ ਆਪ ਨੂੰ ਕਹਿੰਦੇ ਸੀਗੇ ਦਬੰਗ ਜਿਹੜੇ ਉੱਥੇ ਸੀਗੇ, ਉਦੋਂ ਨਹੀਂ ਸੀ ਵਧੀਕੀਆਂ ਹੁੰਦੀਆਂ ਸੀ। ਸਾਨੂੰ ਜ਼ਰੂਰਤ ਹੈਗੀ ਆ ਕਿ ਜਿਹੜੀ ਸੈਂਟਰ ਦੇ ਵਿੱਚ ਵੀ ਔਰ ਸਟੇਟਾਂ ਦੇ ਵਿੱਚ ਵੀ ਉਹਨਾਂ ਲੋਕਾਂ ਦੀ ਸਰਕਾਰ ਚਾਹੀਦੀ ਹੈਗੀ ਆ ਜਿਹੜੇ ਕਾਨਸਟੀਟਿਊਸ਼ਨ ਨੂੰ ਲਾਗੂ ਕਰਨ। ਅਸੀਂ ਕਹਿੰਦੇ ਆ ਕਿ ਇੱਥੇ ਝੰਡੇ ਚੜਾਏ ਹੈਗੇ ਆ। ਯੂਪੀ ਦੇ ਵਿੱਚ ਕੀ ਹੋਇਆ, ਯੂਪੀ ਦੇ ਵਿੱਚ ਜਦੋਂ ਪਰੇਡ ਦੇ ਵਿੱਚ ਉਹਨੇ ਰਾਮ ਮੰਦਿਰ ਦਾ ਜਿਹੜਾ ਹੈਗਾ ਮਾਡਲ ਉਹ ਡਿਸਪਲੇ ਕੀਤਾ, ਔਰ ਮੇਰੇ ਖਿਆਲ ਆਪਣੇ ਟੈਕਨੀਸ਼ੀਅਨ ਸਾਹਿਬ ਦਿਖਾ ਲੈਣਗੇ ਫੋਟੋ ਦੀ, ਤੇ ਉਹਨੇ ਡਿਸਪਲੇ ਕੀਤਾ ਸਾਰੇ ਪਾਸੇ, ਉਹਦੀ ਪਰੇਡ ਕੀਤੀ, ਔਰ ਉਹਦੇ ਮੋਹਰੇ ਜਿਹੜੇ ਮਤਲਬ ਬੈਠੇ ਹੈਗੇ ਆ ਮਨੂ ਦੇਵ ਜੀ, ਜਿਨ੍ਹਾਂ ਨੇ ਮਨੂ ਸਮ੍ਰਿਤੀ ਲਿਖੀ ਹੈਗੀ ਆ। ਸਮ੍ਰਿਤੀ ਦਿਖਾਇਓ ਟੈਕਨੀਸ਼ੀਅਨ ਜੀ। ਸਾਰਾ ਹਿੰਦੂ ਜਿਹੜਾ ਆਪਣਾ ਝੰਡਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕਰਕੇ ਅਸੀਂ ਗੱਲ ਕਰਦੇ ਹਾਂ ਵੀ ਸਿੱਖ ਜਿਹੜਾ ਹੈਗਾ ਜਾਂ ਕੋਈ ਵੀ ਧਰਮ, ਜਿਹੜਾ ਭਾਰਤ ਦਾ ਸੰਵਿਧਾਨ ਹੈ ਜਿਹੜਾ ਉਹ ਧਰਮ ਨਿਰਪੇਖ ਆ, ਸਰਕਾਰ ਦਾ ਕੋਈ ਧਰਮ ਨਹੀਂ ਹੈ ਅਸੀਂ। ਪਰ ਜਿਹੜਾ ਹੈਗਾ ਹੁਣ ਜਦੋਂ ਇਹ ਹਿੰਦੂ ਰਾਸ਼ਟਰ ਬਣਾਉਣਾ ਹੈਗਾ, ਜਦ ਇਹਨਾਂ ਦਾ ਰਾਜ ਹੈਗਾ ਤਾਂ ਮਨੂ ਸਮ੍ਰਿਤੀ ਲਾਗੂ ਕਰਨੀ ਚਾਹੁੰਦੇ ਆ। ਹਾਂ ਬਿਲਕੁਲ ਇਹੋ ਹੀ ਗੱਲ ਮੈਂ ਕਹਿਣ ਲੱਗਾ ਸੀ ਦਵਿੰਦਰ ਜੀ ਭਾਈ ਕਿਸੇ ਟਾਈਮ ਤੇ ਇਸ ਮੁਲਕ ਦੇ ਵਿੱਚ ਜਿਸੇ ਅਸੀਂ ਆਏ ਸੀ 60s ਦੀ ਮੈਂ ਗੱਲ ਕਰਦਾ ਜੀ, ਔਰ ਕਾਲੇ ਜਿਹੜੇ ਆ ਸੌਰੀ ਗੋਰੇ ਜਿਹੜੇ ਆ ਉਹ ਕਾਲਿਆਂ ਨੂੰ ਫੜ ਕੇ ਜਿਹੜਾ ਮਰਜ਼ੀ ਲੱਫੜ ਮਾਰ ਦਿੰਦਾ ਸੀ। ਉਹ ਇਹ ਨਹੀਂ ਪੁੱਛਦਾ ਹੈਗਾ ਵੀ ਤੂੰ ਇੰਡੀਅਨ ਹੈ ਜਾਂ ਪਾਕਿਸਤਾਨੀ ਆ, ਹਿੰਦੂ ਹੈ ਜਾਂ ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਵੈਸਟ ਇੰਡੀਅਨ ਜਾਂ ਪਾਕਿਸਤਾਨੀ ਆ। ਇਹੋ ਹੀ ਗੱਲ ਇੰਡੀਆ ਦੇ ਵਿੱਚ ਆ ਪਿਆਰੇ ਦਰਸ਼ਕੋ, ਖਿਆਲ ਨਾਲ ਡੂੰਘੀ ਗੱਲ ਹੈ ਸੋਚਣ ਵਾਲੀ। ਅੱਜ ਬੀਜੇਪੀ ਜਿਹੜੀ ਆ ਉਹ ਬੀਜੇਪੀ ਦਾ ਸਮਰਾਟਵਾਦ ਜਿਹੜਾ ਉਹ ਨਾਰਾ ਆ ਬੀਜੇਪੀ ਦੀ ਹਕੂਮਤ, ਉਹ ਕਹਿੰਦੇ 2050 ਤੱਕ ਘੱਟੋ ਘੱਟ ਹੀ ਸਾਡੀ ਚੱਲਣੀ ਆ। ਉਹਦੀਆਂ ਉਹ ਜਿਹੜੀਆਂ ਜੜ੍ਹਾਂ ਹੈਗੀਆਂ, ਫਾਊਂਡੇਸ਼ਨ ਹੈਗੀ ਆ, ਉਹਨੂੰ ਪੱਕਾ ਕਰਨ ਲਈ ਹਰ ਕੋਸ਼ਿਸ਼ ਕਰ ਰਹੀ ਆ। ਉਹ ਕੋਸ਼ਿਸ਼ ਇਸ ਗੱਲ ਦੇ ਵਿੱਚ ਵੀ ਹੈਗੀ ਆ ਅੰਗਰੇਜ਼ਾਂ ਦੀ ਜਿਹੜੀ ਫਿਲਾਸਫੀ ਡਿਵਾਈਡ ਐਂਡ ਰੂਲ। ਅੱਜ ਉਹਨਾਂ ਨੇ ਦੇਖਿਆ ਕਿ ਇਕੱਲੇ ਕਿਸਾਨ ਨਹੀਂ, ਉਹਨਾਂ ਦੇ ਨਾਲ ਮਜ਼ਦੂਰ ਤਬਕਾ ਵੀ ਰਲ ਗਿਆ, ਔਰ ਇਸ ਸੰਗਠਨ ਨੂੰ ਕਿੱਦਾਂ ਤੋੜਿਆ ਜਾਵੇ।
ਇਹ ਠੀਕ ਹੈ ਜੋ ਭੈਣ ਜੀ ਕਹਿ ਗਈ ਆ ਕਿ ਇਹ ਲੋਕ ਇਹਨਾਂ ਦੇ ਉੱਤੇ ਜਿਹੜੇ ਹੈਗੇ ਜ਼ਿਮੀਂਦਾਰ ਯਕੀਨ ਨਹੀਂ ਕਰਨਾ ਚਾਹੀਦਾ। ਇਹ ਠੀਕ ਹੈਗਾ, ਮੈਂ ਮੰਨਦਾ ਕਿ ਸਾਡਾ ਇੱਕ ਦੂਜੇ ਦੇ ਉੱਤੇ ਇਤਬਾਰ ਜਿਹੜਾ ਉਹ ਬਹੁਤ ਦੇਰ ਦਾ ਟੁੱਟਾ ਆ। ਉਹ ਇਸ ਕਰਕੇ ਟੁੱਟਾ ਆ ਕਿ ਜਿਹੜੇ ਜ਼ਿਮੀਂਦਾਰ ਹੈ ਇਹ ਹਿੰਦੂਵਾਦ ਦੇ ਜਾਤ ਪਾਤ ਦੇ ਇਹ ਸ਼ਿਕਾਰ ਹੋਏ ਹੋ ਆ। ਜਿੰਨਾ ਸਿੱਖੀਜ਼ਮ ਵੀ ਆ ਉਹਦੇ ਵਿੱਚ ਵੀ ਜਾਤ ਪਾਤ ਹੈ। ਜਿਹੜੀ ਲੜਾਈ ਸਾਨੂੰ ਬ੍ਰਾਹਮਣਵਾਦ ਨਾਲ ਲੜਨੀ ਚਾਹੀਦੀ ਹੈ ਨਾ, ਇਹ ਜਿਹੜਾ ਵਰਗ ਹੈਗਾ ਜਿੰਨਾ ਜ਼ਿਮੀਂਦਾਰ ਹੈ, ਚਾਹੇ ਉਹ ਜੱਟ ਆ, ਜਾਟ ਆ, ਜਾਲਬ ਆ, ਗੁੱਜਰ ਆ, ਪਟੇਲ ਆ, ਇਹ ਮੋਰੇ ਧਰ ਬਣਦੇ ਆ। ਦੇਖੋ ਮੈਂ ਇਹ ਆ ਕੇ ਖੜਦੇ ਬ੍ਰਾਹਮਣਵਾਦ ਨੂੰ ਪ੍ਰੋਟੈਕਟ ਕਰਦੇ ਆ। ਮੈਂ ਇਹੋ ਹੀ ਗੱਲ ਕਹਿਣੀ ਚਾਹੁੰਦਾ ਦਵਿੰਦਰ ਜੀ ਕਿ ਇਹਨਾਂ ਨੇ ਜਿੰਨੇ ਵੀ ਜ਼ਿਮੀਂਦਾਰ ਹੈਗੇ ਆ ਇਹਨਾਂ ਨੇ ਹਿੰਦੂਆਂ ਦਾ ਪੱਖ ਪੂਰਿਆ। ਪੰਜਾਬ ਦੀ ਮਿਸਾਲ ਲੈ ਲਓ ਵੀ ਅੱਜ ਤਾਈਂ ਜਿਹੜੀ ਸਰਕਾਰ 8-10 ਸਾਲ ਬਦਲਦੀ ਰਹੀ ਆ ਉਹ ਬੀਜੇਪੀ ਦੇ ਨਾਲ ਮੰਤਰੀ ਬਣੇ ਰਹੇ ਆ। ਹੁਣ ਅਸਤੀਫਾ ਦੇ ਕੇ ਆਏ ਕਿ ਸਾਡੀ ਜਿਹੜੀ ਆ ਉੱਥੇ ਬਾਟਾ ਮਾਂਜਿਆ ਜਾ ਰਿਹਾ ਪੰਜਾਬ ਦੇ ਵਿੱਚ, ਠੀਕ ਹੈ ਵਾਸਤੇ। ਅੱਛਾ, ਉਹਦੇ ਕਰਕੇ ਪਿਆਰੇ ਦਰਸ਼ਕੋ ਇਸ ਗੱਲ ਦਾ ਗੁੱਸਾ ਨਾ ਕਰਿਓ, ਜਿਹੜੇ ਛੋਟੀਆਂ ਜਾਤਾਂ ਵਾਲੇ ਲੋਕ ਹੈਗੇ ਆ ਉਹਨਾਂ ਦਾ ਜ਼ਿਮੀਂਦਾਰਾਂ ਦੇ ਉੱਤੇ ਟਰਸਟ ਨਹੀਂ ਹੈਗਾ, ਕਿਉਂਕਿ ਉਹਨਾਂ ਦੇ ਨਾਲ ਜ਼ਿਮੀਂਦਾਰਾਂ ਦਾ ਵਰਤਾਵਾ ਅੱਜ ਤਾਈਂ ਠੀਕ ਨਹੀਂ ਹੈ। ਠੀਕ ਦੋਨੇ ਪਹਿਲੂਆਂ ਨੂੰ ਸਮਝਣਾ ਚਾਹੀਦਾ ਹੁਣ। ਔਰ ਹੁਣ ਇਹ ਗੱਲ ਸਟੇਜ ਇੱਥੇ ਪਹੁੰਚ ਗਈ ਹੈ, ਇਹ ਸਬਕ ਸਿੱਖਣ ਦੀ ਜ਼ਰੂਰਤ ਹੈ ਕਿ ਸਾਡਾ ਸਾਰਿਆਂ ਦਾ ਜਿਹੜਾ ਦੁਸ਼ਮਣ ਹੈਗਾ ਉਹ ਬ੍ਰਾਹਮਣਵਾਦ ਹੈ। ਬ੍ਰਾਹਮਣ ਸਮਰਾਟ ਹਿੰਦੂ ਸਮਰਾਟਵਾਦ ਹੈਗਾ, ਸਰਮਾਏਦਾਰੀ ਹੈਗੀ ਹਿੰਦੂਆਂ ਦੀ। ਉਹ ਸਾਨੂੰ ਕੱਲਿਆਂ ਨੂੰ ਜਿੱਦਾਂ ਗੋਰੇ ਫੜ ਕੇ ਲੱਫੜ ਮਾਰਦੇ ਸੀ, ਇਹ ਕੱਲਿਆਂ ਨੂੰ ਫੜ ਕੇ ਉਹਨਾਂ ਨੇ ਸਾਡਾ ਕਚੂਮਰ ਕੱਢਣਾ। 2018 ਦੇ ਵਿੱਚ ਦਵਿੰਦਰ ਹੁਣੀ ਇੱਕ ਤੁਗਲਕਾ ਬਾਗ ਗੁਰੂ ਸਾਹਿਬਾਨਾਂ ਦੇ ਮੰਦਿਰ ਦਾ ਮਿਸਾਲ ਦਿੱਤੀ। 2018 ਦੇ ਵਿੱਚ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਜਿਹੜਾ ਐਕਟ ਸੀਗਾ ਉਹਨੂੰ ਖਤਮ ਕਰ ਰਹੇ ਸੀਗੇ, ਔਰ ਉਹਦੇ ਲਈ ਆਲ ਇੰਡੀਆ ਬੇਸ ਦੇ ਉੱਤੇ ਜਿਹੜੇ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਉਹ ਸਾਰੇ ਸੜਕਾਂ 'ਤੇ ਆਏ। ਮੈਂ ਵੀ ਇੰਡੀਆ ਦੇ ਵਿੱਚ ਸੀਗਾ ਔਰ ਮੈਂ ਜਿੱਥੇ ਸੀਗਾ ਮੈਂ ਵੀ ਉਸ ਅੰਦੋਲਨ ਦੇ ਵਿੱਚ ਉੱਥੇ ਹਿੱਸਾ ਲਿਆ, ਪਰ ਉੱਥੇ ਕੋਈ ਵੀ ਜ਼ਿਮੀਂਦਾਰਾਂ ਦੇ ਟਰਾਲੀ ਟਰੱਕ ਕੋਈ ਵੀ ਉਹਨਾਂ ਦਾ ਸਾਥ ਨਹੀਂ ਦਿੰਦਾ ਸੀ। ਇੱਕ ਮਿਸਾਲ ਹੈਗੀ ਆ, ਇੱਕ ਨੂੰ ਕੁੱਟ ਪੈਂਦੀ ਤਾਂ ਦੂਏ ਦੇਖਦੇ ਰਹਿੰਦੇ ਆ, ਠੀਕ ਹੈ। ਪਰ ਆਹ ਇੱਕ ਮੌਕਾ ਸੀਗਾ ਜਿੱਥੇ ਸਾਰੇ ਇਕੱਠੇ ਹੋ ਗਏ। ਇਕੱਠੇ ਹੋਣ ਦੇ ਨਾਲ ਇਹ ਕੀ ਹੋਇਆ ਕਿ ਵਿਸ਼ਵਾਸਘਾਤ ਕੀਤਾ ਵਿੱਚੋਂ ਹੀ ਭਵਾਂ ਰਲ ਕੇ, ਭਵਾਂ ਬੀਜੇਪੀ ਨੇ ਭੇਜਿਆ ਸੀਗੇ ਤਾਂ ਉਹ ਸਾਡੇ ਵਿੱਚੋਂ ਹੀ। ਉਹ ਸਿੰਘ ਹੈ ਜਿਹੜਾ 2-3 ਦੇ ਨਾਂ ਲੈਂਦੇ, ਦੀਪ ਸਿੰਘ ਕੀ ਹੈ ਉਹਦਾ ਨਾਮ, ਦੀਪ ਸਿੱਧੂ, ਬਲਰਾਜ ਸਿੰਘ ਹੈ ਜੀ ਜਿਹੜਾ ਝੰਡਾ ਚੜਾਉਣ ਵਾਲਾ, ਲੱਖਾ ਸਿੰਘ ਸਦਾਣਾ ਉਹ ਵੀ ਸਿੰਘ। ਔਰ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਇੱਕ ਛੋਟੀ ਜਿਹੀ ਸਾਡੀ ਹਾਰ ਹੈ। ਸਬਕ ਸਿੱਖੋ, ਅਸੀਂ ਨਹੀਂ ਤਾਂ ਇੱਦਾਂ ਹੀ ਮਾਰ ਖਾਈ ਜਾਵਾਂਗੇ। ਅਸੀਂ ਅੱਗੇ ਵਧਣਾ। ਜੇ ਕਿਸਾਨਾਂ ਦਾ ਉੱਥੇ ਇਸ ਲਈ ਧਰਨਾ ਲੱਗਾ ਆ, ਅਸੀਂ ਉਹਦੀ ਫੁੱਲ ਸਪੋਰਟ ਕਰਦੇ ਹਾਂ, ਪਰ ਇਹ ਆ ਕਿ ਕਿਸਾਨਾਂ ਨੂੰ ਸਮਝਣਾ ਚਾਹੀਦਾ ਕਿ ਜ਼ਿਮੀਂਦਾਰ ਇਕੱਲੇ ਨਹੀਂ, ਉਹਨਾਂ ਦੇ ਮਗਰ ਮਜ਼ਦੂਰ ਵੀ ਆ, ਔਰ ਆਪਾਂ ਇਕੱਠਿਆਂ ਹੋ ਕੇ ਲੜਾਈ ਲੜਨੀ ਆ। ਸਾਡਾ ਸਾਰਿਆਂ ਦਾ ਇੱਕ ਦੁਸ਼ਮਣ ਹੈਗਾ ਜਿਹਨੇ ਸਾਰਿਆਂ ਦੇ ਨੱਕ ਚਣੇ ਚਬਾਏ ਹੋਏ ਹਨ। ਤੁਸੀਂ ਇਸ ਵੇਲੇ ਦੁਸ਼ਮਣ ਆ ਉਹ ਸਾਂਝਾ ਆ ਜੀ, ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਬਿਲਕੁਲ, ਉਹ ਇਕੱਲੇ ਦੁਸ਼ਮਣ ਸਾਂਝਾ ਦੁਸ਼ਮਣ ਹੈ ਇਸ ਵੇਲੇ। ਮੈਂ ਟੈਕਨੀਸ਼ੀਅਨ ਸਾਹਿਬ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਉਹ ਜੇ ਦਿਖਾ ਦੇ ਤਾਂ ਕਲਿੱਪ, ਜ਼ਰੂਰੀ ਸੀ ਕਲਿੱਪ ਨਹੀਂ ਫੋਟੋ ਹੀ ਆ, ਤੇ ਜੇ ਪੋਸੀਬਲ ਹੋਵੇ ਤਾਂ ਉਹ ਦਿਖਾ ਦੇ ਜਰਾ। ਤੇ ਆਈ ਥਿੰਕ ਉਹ ਸ਼ਾਇਦ ਮਿਸਪਲੇਸ ਹੋ ਗਏ ਹੋਣੇ। ਤੇ ਸੋ ਜਿਹੜੇ ਆਪਣੇ ਰਾਮ ਮੰਦਿਰ ਵਾਲੀ ਜਿਹੜੀ ਹੈਗੀ ਆ, ਉਹ ਚਾਕੀ ਹੈਗੀ 26 ਜਨਵਰੀ ਦੀ, ਜਿਹਦੇ ਤੋਂ ਰਾਮ ਮੰਦਿਰ ਲਈ ਜਾਂਦੇ ਤਾਂ ਮੋਹਰੇ ਆਹ ਵਾਲੀ ਜਿਹੜੀ ਹੈਗੀ ਆ, ਦੇਖੋ ਰਾਮ ਮੰਦਿਰ ਹੈਗਾ। ਔਰ ਇਹ ਦੇਖੋ ਸਰਕਾਰੀ ਤੌਰ ਦੇ ਉੱਤੇ 26 ਜਨਵਰੀ ਦੀ ਪਰੇਡ ਦੇ ਉੱਤੇ ਮਤਲਬ ਆਹ ਚਾਕੀ ਦਿਖਾਈ ਗਈ ਆ। ਔਰ ਮੋਹਰੇ ਜਿਹੜੇ ਬੈਠੇ ਉਹ ਦੇਖਣ ਨੂੰ ਇਹ ਲੱਗਦਾ ਕਿ ਭਗਵਾਨ ਵਾਲਮੀਕ ਜੀ ਆ। ਐਕਚੁਅਲੀ ਇਹ ਮਨੂ ਮਹਾਰਾਜ ਜੀ ਆ, ਜਿਨ੍ਹਾਂ ਨੇ ਮਨੂ ਸਮ੍ਰਿਤੀ ਲਿਖੀ ਹੋਈ ਆ, ਜਿਨ੍ਹਾਂ ਨੇ ਪਾੜਿਆ ਸਾਰਾ ਭਾਰਤ, ਪਾੜਿਆ, ਜਿਨ੍ਹਾਂ ਦੇ ਕਰਕੇ ਜਾਤ ਪਾਤ ਹੈ। ਮਤਲਬ 26 ਜਨਵਰੀ ਇਤਿਹਾਸ ਦੇ ਦਿਨ ਦੇ ਉੱਤੇ, ਆਪਣੇ ਸੰਵਿਧਾਨ ਦਿਵਸ ਦੇ ਉੱਤੇ, ਗਣਤੰਤਰ ਦਿਵਸ ਦੇ ਉੱਤੇ ਮਨੂ ਸਮ੍ਰਿਤੀ ਨੂੰ ਪ੍ਰਮੋਟ ਕਰ ਰਹੇ ਆ। ਮੋਰੇ ਮਨੂ ਸਮ੍ਰਿਤੀ ਰੱਖੀ ਹੋਈ। ਅਸੀਂ ਤਾਂ ਸਿਰਫ ਗੱਲ ਕਰਦੇ ਕਿ ਉਹ ਝੰਡੇ ਚੜਾਤੇ ਆ, ਵਿਚ ਇਜ਼ ਬੈਡ, ਨਹੀਂ ਹੋਣੇ ਚਾਹੀਦੇ ਸੀਗੇ। ਪਰ ਜਿਹੜਾ ਆਹ ਕੰਮ ਹੈਗਾ ਇਹ ਵੀ ਨਿਗਾਹ 'ਚ ਰੱਖਣਾ ਚਾਹੀਦਾ। ਜਿਹੜਾ ਕਹਿੰਦੇ ਕਿ ਅਸੀਂ
2025 ਤੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਹੈਗਾ ਔਰ ਸਾਰਿਆਂ ਦੇ ਮੁੜ ਕੇ ਗਲਾਂ ਦੇ ਵਿੱਚ ਕੁੱਜੇ ਪਾਉਣਗੇ ਔਰ ਪਿੱਛੇ ਛਾਪੇ ਬੰਨਣਗੇ। ਬਿਲਕੁਲ ਜਿਹੜਾ ਪੂਰੇ ਜਿਹੜੀ ਆਹ ਬਿੱਲ ਜਿਹੜੇ ਲਿਆਂਦੇ ਹੈਗੇ, ਦੇਖੋ ਆ ਜਿਹੜੇ ਭਗਵਾਨ ਵਾਲਮੀਕ ਜੀ ਆ ਮੋਰ ਦੇ ਕਲਮ ਦੇ ਨਾਲ ਜਿਹੜੇ ਕਿ ਰਾਮਾਇਣ ਲਿਖ ਰਹੇ ਆ ਔਰ ਉਹਨਾਂ ਦੇ ਜਿਹੜਾ ਪੇਪਰ ਪੱਤੇ ਦੇ ਉੱਤੇ ਹੈਗਾ, ਜਿਹੜੀ ਉਹ ਫੋਟੋ ਹੈਗੀ ਆ ਉਹ ਜਿਹੜੀ ਆ ਉਹ ਆਪਣੇ ਦੂਸਰੇ ਮਨੂ ਦੀ ਪਿਆਰੇ ਔਰ ਮਨੂ ਸਮ੍ਰਿਤੀ ਜਿਹੜੀ ਜਿਨ੍ਹਾਂ ਨੇ ਲਿਖੀ ਹੈਗੀ ਆ ਔਰ ਮਨੂ ਦੀ ਮੂਰਤੀ ਰਾਜਸਥਾਨ ਦੇ ਵਿੱਚ ਹਾਈ ਕੋਰਟ ਦੇ ਆਂਗਣ 'ਚ ਵੀ ਲੱਗੀ ਹੋਈ ਹੈਗੀ ਆ। ਬਿਲਕੁਲ ਬਿਲਕੁਲ ਇਹਨਾਂ ਤੋਂ ਮਤਲਬ ਜਿਹੜੀ ਐਕਚੁਅਲੀ ਜਿਹੜੇ ਸਾਡੇ ਜਿਹੜਾ ਭਾਰਤ ਦਾ ਜਿਹੜਾ ਦੁਸ਼ਮਣ ਹੈਗਾ ਉਹ ਮਨੂਵਾਦ ਆ ਔਰ ਉਹਨੂੰ ਪ੍ਰਮੋਟ ਕਰਦੇ ਆ, ਉਹ ਪ੍ਰਮੋਟ ਕਰਦੇ ਔਰ ਸਾਡੇ ਲੋਕ ਤਾਂ ਸਜਗ ਨਹੀਂ ਹੈ, ਕੋਈ ਤਾਂ ਪੈਰਾਂ ਨਹੀਂ ਦਿੰਦਾ, ਅਸੀਂ ਆਪਸ ਵਿੱਚ ਲੜੀ ਜਾਂਦੇ ਹੈਗੇ ਆ। ਪਿਆਰੇ ਦਰਸ਼ਕੋ, ਕਿਸੇ ਵੀ ਇੰਡੀਆ ਦੀ ਚੈਨਲ ਨੇ ਇਹ ਜਿਹੜੀ ਝਾਕੀ ਆ ਉਹ ਦਿਖਾ ਕੇ ਇਹ ਨਹੀਂ ਕਿਹਾ ਕਿ ਇਹ ਜੋ ਕੁਛ ਅਸੀਂ ਕਹਿ ਰਹੇ ਹਾਂ ਕਿ ਇਹ ਮਨੂਵਾਦ ਜਿਹੜਾ ਪ੍ਰਮੋਟ ਕਰਦੇ ਆ। ਲਾਲ ਕਿਲੇ ਦੇ ਉੱਤੇ ਝੰਡਾ ਦਾ ਚੜ ਗਿਆ, ਉਹਦੇ ਮੁਕਾਬਲੇ ਤੇ ਇਹ ਬਹੁਤ ਵੱਡੀ ਗੱਲ ਹੈ, ਜ਼ਿਆਦਾ ਇਹ ਖਤਰਨਾਕ ਆ, ਇਹ ਬਹੁਤ ਵੱਡੀ ਗੱਲ ਹੈ ਔਰ ਬਹੁਤ ਜ਼ਿਆਦਾ ਖਤਰਨਾਕ ਹੈ। ਦੈਟਸ ਰਾਈਟ ਹਾਂਜੀ। ਔਰ ਰਾਮ ਮੰਦਰ ਵੀ ਇਹਨਾਂ ਨੇ ਜਿਸ ਹਿਸਾਬ ਨਾਲ ਇਹ ਆ ਕਿ ਆਪਣੀ ਪੋਲੀਟੀਕਲ ਤਾਕਤ ਜਿਹਨੂੰ ਕਿ ਅਸੀਂ ਵੀ ਇਹਨਾਂ ਨੂੰ ਐਕਚੁਅਲੀ ਪੂਰੇ ਦੇਖੋ ਮੁਸਲਮਾਨ ਕਮਿਊਨਿਟੀ ਆ ਉਹਦੇ ਛਾਤੀ ਤੇ ਲੂਣ ਦਾਲਣ ਵਾਲੀ ਗੱਲ ਕਰਦੇ ਹੈਗੇ ਇਹ, ਬਿਲਕੁਲ ਯੂ نو ਜਿੱਦਾਂ ਇੱਕ ਜ਼ਖਮ ਹੈ, ਜ਼ਖਮ ਦੇ ਉੱਤੇ ਲੂਣ ਛਿੜਕਣਾ ਨਾ, ਉਹ ਗੱਲ ਕਰ ਰਿਹਾ। ਮਤਲਬ ਦੇਸ਼ ਦੇ ਵਿੱਚ ਜਿਹੜਾ ਹੈਗਾ ਆ ਨਫ਼ਰਤ ਫੈਲਾਉਣ ਵਾਲੀ ਗੱਲ ਕਰਦੇ ਹੈਗੇ। ਬਿਲਕੁਲ ਬਿਲਕੁਲ ਯੂ نو ਮਤਲਬ ਜਿਹੜਾ ਭਾਰਤ ਦਾ ਸੰਵਿਧਾਨ ਆ, ਭਾਰਤ ਦੀ ਸਰਕਾਰ ਹੈ ਜਿਹੜੀ ਉਹ ਧਰਮ ਨਿਰਪੇਖ ਆ, ਉਹਦਾ ਕੋਈ ਧਰਮ ਨਹੀਂ ਹੈ। ਉਹ ਸਾਰਿਆਂ ਲੋਕਾਂ ਨੂੰ ਆਪਣਾ ਧਰਮ ਅਪਣਾਉਣ ਦੀ ਜਿਹੜੀ ਆ ਉਹ ਆਜ਼ਾਦੀ ਹੈ। ਉਹ ਇੱਕ ਧਰਮ ਨੂੰ ਇਹ ਪ੍ਰਮੋਟ ਕਰਦੇ ਹੈਗੇ ਵਿਚ ਇਜ਼ ਵੈਰੀ ਬੈਡ। ਯੂ نو ਦੁਨੀਆ ਇੱਕ ਮੈਂ ਤੁਹਾਨੂੰ ਦੋ ਲਾਈਨਾਂ ਕਹਿਣਾ, ਦੁਨੀਆ ਫਰੇਬ ਕਰਕੇ ਹੁਣ ਬੰਦ ਹੋ ਗਈ, ਦੁਨੀਆ ਫਰੇਬ ਕਰਕੇ ਹੁਨਰ ਬੰਦ ਹੋ ਗਈ, ਹੁਨਰ ਇਹਨਾਂ ਦੇ ਕੋਲ ਆ ਗਿਆ। ਹਮ ਵਿਸ਼ਵਾਸ ਕਰਕੇ ਗੁਨਾਹਗਾਰ ਹੋ ਗਏ, ਅਸੀਂ ਇਹਨਾਂ ਤੇ ਵਿਸ਼ਵਾਸ ਕੀਤਾ, ਇਹਨਾਂ ਨੂੰ ਵੋਟਾਂ ਪਾਈਆਂ ਸਾਡੇ ਲੋਕਾਂ ਨੇ, ਨਹੀਂ ਤਾਂ 15% ਦੇ ਨਾਲ ਇਹ 300 ਸੀਟਾਂ ਲਿਜਾ ਸਕਦੇ ਸੀ। ਈਵੀਐਮ ਮਾਤਾ ਈਵੀਐਮ ਦੀ ਮਿਹਰਬਾਨੀ ਆ, ਸਾਡੀਆਂ ਵੋਟਾਂ ਵੀ ਗਈਆਂ, ਸਾਡੀਆਂ ਵੋਟਾਂ ਵੀ ਗਈਆਂ, ਸਾਡੀਆਂ ਲਾਈਨਾਂ ਲੱਗਦੀਆਂ, ਇਹਨਾਂ ਦੇ ਹਾਰ ਪਾਉਂਦੇ ਆ। ਜਿੰਨਾ ਮੋਰਚਾ ਆਹ ਲਾਇਆ, ਜੇ ਈਵੀਐਮ ਲਈ ਮੋਰਚਾ ਇਹਨਾਂ ਲੱਗਾ ਹੁੰਦਾ ਹੁਣ ਤੱਕ ਇਹਨਾਂ ਦੀ ਸਫਾਈ ਕੀਤੀ ਜਾ ਸਕਦੀ ਹੈ। ਬਿਲਕੁਲ ਬਿਲਕੁਲ। ਤੁਸੀਂ ਕੁਝ ਕਹਿਣ ਲੱਗੇ ਸੀ? ਬਸ ਮੈਂ ਇਹ ਕਹਿਣਾ ਚਾਹੁੰਦਾ ਵੀ ਅੱਗੇ ਜੋ 26 ਜਨਵਰੀ ਆਉਂਦੀ ਸੀ ਉਹਦੇ ਵਿੱਚ ਜਿਹੜੀਆਂ ਝਾਕੀਆਂ ਦਿਖਾਈਆਂ ਜਾਂਦੀਆਂ ਸੀ ਉਹ ਵੀਰ ਜਵਾਨਾਂ ਦੀਆਂ, ਸਾਹਿਤਕਾਰਾਂ ਦੀਆਂ, ਹੋਰ ਬਾਕੀ ਜਿਹੜੇ ਸੱਭਿਆਚਾਰ ਦੀਆਂ ਝਾਕੀਆਂ ਹੁੰਦੀਆਂ ਸੀ। ਜੀ ਜੀ ਇਹ ਕਿ ਬਿਲਕੁਲ ਇਸ ਨੂੰ ਬਦਲ ਕੇ ਰੱਖ ਦਿੱਤਾ, ਬਿਲਕੁਲ ਨਿਰੋਲ ਹਿੰਦੂਵਾਦ ਨੂੰ ਬ੍ਰਾਹਮਣਵਾਦ ਨੂੰ ਪ੍ਰਮੋਟ ਕੀਤਾ ਔਰ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਆ ਔਰ ਇਹਦੇ ਵਿੱਚ ਸਾਰੇ ਦੇਸ਼ ਨੂੰ ਸੋਚਣਾ ਬਣਦਾ, ਅੱਖਾਂ ਵਿੱਚ ਕੇ ਬੱਚੇ ਲੋੜ ਨਹੀਂ ਇਸ ਵੇਲੇ। ਬਿਲਕੁਲ ਬਿਲਕੁਲ। ਰੀਸੈਂਟਲੀ ਹੁਣ ਜਿਹੜਾ ਹੋ ਰਿਹਾ ਅੱਜ, ਉੱਥੇ ਉਹਨਾਂ ਨੇ ਇੰਨੀ ਆਰਮੀ ਲਾਈ ਆ, ਇੰਨੀ ਪੁਲਿਸ ਲਾਈ ਆ। ਆਪਣੇ ਟੈਕਨੀਸ਼ੀਅਨ ਸਾਹਿਬ ਥੋੜੇ ਕਲਿੱਪ ਦਿਖਾਓ ਤਾਂ ਜਿਹੜੇ ਹੁਣ ਦੇ ਹੈਗੇ, ਰੀਸੈਂਟਲੀ ਜਦੋਂ ਮੈਂ ਆਇਆ ਨਾ ਉਦੋਂ ਦੇ ਹੈਗੇ ਆ, ਉਹਨਾਂ ਨੇ ਆ ਦੇਖੋ ਕਿੰਨੀ ਆਰਮੀ ਹੈਗੀ ਆ। ਪਿਆਰੇ ਦਰਸ਼ਕੋ, ਉੱਥੇ ਕੀ ਹੋ ਰਿਹਾ, ਲੇਟੈਸਟ ਇਹ ਹੋ ਰਿਹਾ, ਅਸੀਂ ਤੁਹਾਨੂੰ ਦੱਸ ਦਈਏ ਕਿ ਬੇਹੱਦ ਆਰਮੀ ਉੱਥੇ ਸ਼ੀਲਡਾਂ ਲਈਆਂ, ਲਾਠੀਆਂ ਕੋਲ ਆ ਔਰ ਵੀਡੀਓ ਵੀ ਪਲੇ ਕਰਦੇ, ਗਨਸ ਵੀ ਕੋਲ ਹੈਗੀ ਆ ਉਹਨਾਂ ਦੇ, ਉਹ ਉੱਥੇ ਬਾਰਡਰ ਤੇ ਲਾਈਆਂ ਔਰ ਉਹਨਾਂ ਦੇ
ਪਿਆਰੇ ਦਰਸ਼ਕੋ, ਸਾਡੇ ਕੋਲ ਵੀਡੀਓ ਤਾਂ ਬਹੁਤ ਹੈ, ਟਾਈਮ ਸਾਡਾ ਤਕਰੀਬਨ 2 ਮਿੰਟ ਰਹਿ ਗਿਆ। ਅਸੀਂ ਜਲਦੀ ਨੇ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਜਦੋਜਹਿਦ ਸੀਗੀ, ਅੰਦੋਲਨ ਸੀਗਾ, ਉਹ ਇਸ ਲਈ ਉਹਦੀ ਸਿਚੁਏਸ਼ਨ ਜਿਹੜੀ ਆ ਉਹ ਫੇਲ ਹੁੰਦੀ ਦਿਸਦੀ ਆ। ਔਰ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਅੰਦੋਲਨ ਚੱਲਦਾ ਰਹੇ। ਜਿਹੜੇ ਲੋਕ ਘਰਾਂ ਨੂੰ ਵਾਪਸ ਗਏ ਆ ਉਹ ਮੁੜ ਕੇ ਉਸ ਜਗ੍ਹਾ 'ਤੇ ਆਉਣ ਔਰ ਇਹ ਜਦੋਜਹਿਦ ਚੱਲਦੀ ਰਹਿਣੀ ਚਾਹੀਦੀ ਹੈ। ਜੇ ਐਡਾ ਵੱਡਾ ਅੰਦੋਲਨ ਫੇਲ ਹੋ ਗਿਆ ਤਾਂ ਬਾਕੀ ਕਿਸੇ ਦੀ ਕੋਈ ਗੱਲ ਉੱਥੇ ਸੁਣੀ ਸੁਣਾਈ ਨਹੀਂ ਰਹਿਣੀ। ਦਵਿੰਦਰ ਜੀ, ਬਿਲਕੁਲ, ਜਿਹੜਾ ਅੰਦੋਲਨ ਹੈਗਾ ਚੱਲਣਾ ਚਾਹੀਦਾ, ਉਹ ਕਾਮਯਾਬ ਹੋਣਾ ਚਾਹੀਦਾ। ਬਿਲਕੁਲ। ਔਰ ਇਹਦੇ ਵਿੱਚ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈਗਾ। ਔਰ ਜਿਹੜੀਆਂ ਰੰਜਿਸ਼ਾਂ ਹੈਗੀਆਂ ਜੋ ਸਮਾਜ ਦੇ ਵਿੱਚ ਉਹ ਹੈਗੀਆਂ ਆ, ਉਹ ਤਾਂ ਹੀ ਖਤਮ ਹੋ ਸਕਦੀਆਂ ਜੇ ਸੈਂਟਰ ਦੇ ਵਿੱਚ ਅਸੀਂ ਜਿਹੜੀ ਚੰਗੀ ਗਵਰਨਮੈਂਟ ਲਿਆਵਾਂਗੇ, ਸਟੇਟਾਂ ਦੇ ਵਿੱਚ ਚੰਗੀ ਗਵਰਨਮੈਂਟ ਲਿਆਵਾਂਗੇ, ਜਿਹੜੇ ਚੰਗੇ ਇਨਸਾਨ ਮੋਰੇ ਆਉਣਗੇ, ਚੰਗੇ ਲੀਡਰ ਮੋਰੇ ਆਉਣਗੇ, ਜਿਹੜੇ ਸੰਵਿਧਾਨ ਨੂੰ ਸਹੀ ਤਰੀਕੇ ਨਾਲ ਲਾਗੂ ਕਰਨਗੇ। ਜੇ ਮਨੂ ਸਮਰਿੱਧੀ ਲਾਗੂ ਕਰਨ ਵਾਲੇ ਆਏ ਤਾਂ ਫਿਰ ਇਹੀ ਹੋਣਾ ਜੋ ਹੋ ਰਿਹਾ, ਔਰ ਅੱਗੇ ਤੋਂ ਇਹ ਤੋਂ ਵੀ ਬੁਰਾ ਹਾਲ ਹੋਣਾ। ਹੁਣ ਜੇ ਜ਼ਿਮੀਂਦਾਰਾਂ ਨੇ ਵੀ ਉਹ ਗਰੀਬ ਕਰਕੇ ਮਨੂ ਸਮਰਿੱਧੀ ਦੇ ਮੁਤਾਬਕ ਜਿਹੜਾ ਸ਼ੂਦਰ ਵਰਗ ਹੈਗਾ ਉਹਨੂੰ ਗਰੀਬ ਔਰ ਕਮਜ਼ੋਰ ਔਰ ਅਨਪੜ੍ਹ ਰੱਖੋ, ਔਰ ਜਿਹੜਾ ਹੁਣ ਰੋਟੀ ਪਾਣੀ ਖਾਂਦਾ ਹੈਗਾ, ਨੌਕਰੀਆਂ ਕਰਦਾ ਹੈਗਾ, ਉਹਨੂੰ ਵੀ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਹੈਗਾ। ਉਹ ਤਾਂ ਸਾਰਿਆਂ ਨੂੰ ਬਚਣ ਦੀ ਲੋੜ ਹੈ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਅੰਤ ਤੇ ਪਿਆਰੇ ਦਰਸ਼ਕੋ, ਸਾਡਾ ਟਾਈਮ ਖਤਮ ਹੋ ਗਿਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਅੰਦੋਲਨ ਦੀ ਸਪੋਰਟ ਜਿਹੜੀ ਆ ਉਹ ਚਾਲੂ ਰਹਿਣੀ ਚਾਹੀਦੀ ਆ। ਸਾਡੇ ਵਿੱਚ ਜੋ ਮਿਸਟਰਸਟ ਹੋਇਆ ਉਹ ਟਰਸਟ ਨੂੰ ਅਸੀਂ ਦੁਬਾਰਾ ਕਾਇਮ ਕਰਨਾ ਪੈਣਾ ਔਰ ਕਰਨਾ ਚਾਹੀਦਾ ਹੈਗਾ। ਔਰ ਜਿਨ੍ਹਾਂ ਸਾਥੀਆਂ ਨੇ ਟੈਲੀਫੋਨ ਕੀਤਾ, ਭੈਣਾਂ ਨੇ ਟੈਲੀਫੋਨ ਕੀਤਾ, ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਔਰ ਸਭ ਤੋਂ ਬਾਅਦ ਦੂਜੇ ਸਾਥੀ ਆ ਰਹੇ ਆ, ਇਸੇ ਤਰ੍ਹਾਂ ਉਹ ਮੇਰਾ ਖਿਆਲ ਹੈ ਪ੍ਰੋਗਰਾਮ 2 ਘੰਟੇ ਦਾ ਕਰਨਗੇ। ਜ਼ਰੂਰ ਸੁਣਿਓ ਔਰ ਉਹਦੇ ਵਿੱਚ ਪਾਰਟੀਸਪੇਟ ਵੀ ਕਰਿਓ। ਹੁਣ ਬਾਲੀ ਸਾਹਿਬ ਨੂੰ ਇੱਕ ਵਾਰੀ ਫੇਰ ਵਧਾਈ ਦਿੰਦੇ ਜੀ, ਬੁੱਕ ਤੁਸੀਂ। ਹਾਂ ਬਾਲੀ ਸਾਹਿਬ, ਬਹੁਤ ਬਹੁਤ ਵਧਾਈ ਤੁਹਾਨੂੰ ਬੁੱਕ ਦੀ ਜੀ, ਔਰ ਆਲ ਦਾ ਵੈਰੀ ਬੈਸਟ ਤੁਹਾਨੂੰ ਹੈ ਜੀ। ਸੈੱਲ ਵੀ ਹੋਵੇ ਔਰ ਪੜ੍ਹੋ ਤੇ ਇਹਦੇ ਵਿੱਚੋਂ ਕੁਝ ਸਿੱਖੋ ਵੀ। ਅਖੀਰ ਵਿੱਚ ਸਾਡੇ ਸਾਰਿਆਂ ਵੱਲੋਂ ਪ੍ਰੇਮ ਭਰੀ ਜੈ ਗੁਰਦੇਵ, ਜੈ ਭੀਮ, ਜੈ ਭਾਰਤ।